सत श्री अकाल जी। न्यूज़ एशिया पंजाबी देख रहे हो तुसी ते मैं हाँ कुलवंत सिंह। सेहत मामलों ਨੂੰ ਲੈ ਕੇ ਅੱਜ ਇੱਕ ਵਾਰ ਫੇਰ ਅਸੀਂ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਇੱਕ ਅਜਿਹੇ ਵਿਸ਼ੇ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਜਿਹੜਾ ਵਿਸ਼ਾ ਹਰ ਦੂਜੇ ਬੰਦੇ ਦੇ ਦਿਮਾਗ 'ਚ ਹੈ, ਹਰ ਦੂਜੇ ਬੰਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ, ਕਿਉਂਕਿ ਹਰ ਘਰ ਦੇ ਵਿੱਚ ਜੇ 5 ਜੀ ਨੇ ਤਾਂ 4 ਬਿਮਾਰ ਨੇ। ਤੇ ਜੇਕਰ ਬਿਮਾਰੀਆਂ ਘਰ ਦੇ ਵਿੱਚ ਹੈਗੀਆਂ ਨੇ ਤੇ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚੀਜ਼ ਘਰ ਕਰ ਚੁੱਕੀ ਹੈ ਕਿ ਸਾਡੇ ਪੁਰਖਿਆਂ ਨੂੰ ਸੀ ਤਾਂ ਸਾਨੂੰ ਹੋ ਗਈ, ਸਾਨੂੰ ਹੈ ਤੇ ਸਾਡੇ ਬੱਚਿਆਂ ਨੂੰ ਵੀ ਹੋ ਜਾਏਗੀ। ਤੇ ਬੱਚਿਆਂ ਦੇ ਮਨਾਂ 'ਚ ਇਹ ਚਿੰਤਾ ਕਿ ਸਾਡੇ ਮਾਪਿਆਂ ਨੂੰ ਹੈਗੀ ਹੈ ਤੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਾ ਹੋ ਜੇ, ਯਾਨੀ ਕਿ ਸਾਡੇ ਜੀਨਸ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਦਾ ਕਿੰਨਾ ਕੁ ਰੋਲ ਹੁੰਦਾ ਅੱਗੇ ਬਿਮਾਰੀਆਂ ਅੱਗੇ ਦੀ ਅੱਗੇ ਫੈਲਣ ਦਾ, ਤੇ ਉਹਨਾਂ ਨੂੰ ਕੀ ਰੋਕਿਆ ਜਾ ਸਕਦਾ ਜੇ ਫੈਲਦੀਆਂ ਨੇ ਤਾਂ। ਇਹ ਸਾਰੀ ਚਰਚਾ ਦੇ ਵਿੱਚੋਂ ਆਪਾਂ ਅੱਜ ਇਹਦਾ ਨਿਚੋੜ ਕੱਢਾਂਗੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਮੈਂ ਠੀਕ ਹਾਂ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅੱਜ ਹਰ ਕਿਸੇ ਲਈ ਕਿ ਮੇਰੇ ਪੁਰਖਿਆਂ ਨੂੰ ਸ਼ੂਗਰ ਸੀਗੀ ਤਾਂ ਮੈਨੂੰ ਹੋ ਗਈ, ਜਾਂ ਮੈਨੂੰ ਕੋਈ ਅਜਿਹੀ ਬਿਮਾਰੀ ਹੈ ਜਿਹਦੇ ਨਾਲ ਅੱਗੇ ਮੇਰੇ ਬੱਚਿਆਂ ਨੂੰ ਨਾ ਹੋ ਜੇ। ਜਿਵੇਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਹੈ ਵੀ ਕੈਂਸਰ ਸਾਡੇ ਮਾਪਿਆਂ ਨੂੰ ਹੈਗਾ, ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਹੈਗਾ, ਤੇ ਅੱਗੇ ਹੋਰ ਮਤਲਬ ਉਹਨਾਂ ਦੇ ਬੱਚਿਆਂ ਨੂੰ ਨਾ ਹੋ ਜੇ ਜਾਂ ਹੋਰ ਕਿਸੇ ਨੂੰ ਨਾ ਹੋ ਜੇ। ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਕੀ ਇਹ ਸੱਚ ਹੈ? ਇਹ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਬਿਮਾਰੀਆਂ ਹੋ ਗਈਆਂ ਨੇ, ਇੱਕ ਤਾਂ ਉਹ ਜਦੋਂ ਹੋ ਜਾਂਦੀਆਂ ਨੇ ਫਿਰ ਛੱਡਦੀਆਂ ਨਹੀਂ ਸਰੀਰ ਨੂੰ। ਜਿਹਨੂੰ ਆਪਾਂ ਕਹਿੰਦੇ ਪੁਰਾਣੀਆਂ ਬਿਮਾਰੀਆਂ ਹੁੰਦੀਆਂ, ਕਰੋਨਿਕ ਡਿਜ਼ੀਜ਼ ਕਹਿੰਦੇ ਆਪਾਂ ਨੂੰ। ਕਰੋਨਿਕ ਡਿਜ਼ੀਜ਼ ਅੰਗਰੇਜ਼ੀ 'ਚ ਕਹਿੰਦੇ ਕਰੋਨਿਕ ਡਿਜ਼ੀਜ਼, ਆਪਾਂ ਪੰਜਾਬੀ 'ਚ ਕਹਿੰਦੇ ਪੁਰਾਣੀਆਂ ਬਿਮਾਰੀਆਂ ਨੇ। ਦੂਜੀਆਂ ਨੇ ਕਿ ਪੁਰਾਣੀਆਂ ਬਿਮਾਰੀਆਂ ਕੁਛ ਸਧਾਰਨ ਜਿਹੀਆਂ ਬਿਮਾਰੀਆਂ ਨਹੀਂ ਹੈਗੀਆਂ, ਬੜੀਆਂ ਖਤਰਨਾਕ ਬਿਮਾਰੀਆਂ ਨੇ, ਗੰਭੀਰ ਬਿਮਾਰੀਆਂ ਨੇ। ਸੋ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਚਿੰਤਾ ਦਾ ਵਿਸ਼ਾ ਬਣਦੀਆਂ ਨੇ। ਜਿਹੜੇ ਮਰੀਜ਼ ਨੂੰ ਹੁੰਦੀਆਂ ਨੇ ਉਹਦੇ ਲਈ ਤਾਂ ਚਿੰਤਾ ਦਾ ਵਿਸ਼ਾ ਹੈ ਹੀ ਹੈ, ਕਿਉਂਕਿ ਪਰਿਵਾਰ ਦੇ ਵਿੱਚ ਉਸ ਬਿਮਾਰੀ ਦੇ ਉੱਪਰ ਖਰਚਾ ਬਹੁਤ ਜ਼ਿਆਦਾ ਹੁੰਦਾ। ਇੱਕ ਤਾਂ ਖਰਚਾ ਹੋਇਆ, ਇੱਕ ਜਿਹੜਾ ਬੰਦਾ ਉਹ ਕੋਈ 30%, 40%, 20%, 60% ਅਪੰਗ ਹੋ ਗਿਆ, ਕੰਮ ਨਹੀਂ ਕਰ ਪਾ ਰਿਹਾ ਪੂਰੀ ਤਰ੍ਹਾਂ। ਜੋ ਪਰਿਵਾਰ ਲਈ ਉਹਨੇ ਕੰਮ ਕਰਨੇ ਸੀਗੇ, ਕਮਾਈ ਕਰਨੀ ਸੀ, ਕੋਈ ਹੋਰ ਕੰਮ ਧੰਦੇ ਕਰਨੇ ਸੀਗੇ, ਉਹ ਨਹੀਂ ਕਰ ਪਾ ਰਿਹਾ। ਫਿਰ ਜਿਹੜਾ ਪਰਿਵਾਰ ਹੈ ਉਹ ਬਾਕੀ ਪਰਿਵਾਰ ਦੇ ਮੈਂਬਰ ਨੇ ਆਪਣੇ ਕੰਮਕਾਰ ਛੱਡ ਕੇ ਉਹਦੇ ਇਲਾਜ 'ਚ ਲੱਗੇ ਹੋਏ ਆ। ਤਾਂ ਇਹ ਸਾਰਾ ਖਲਜਗਨ ਜਿਹੜਾ ਹੁੰਦਾ ਹੈ, ਪੁਰਾਣੀ ਬਿਮਾਰੀ ਜਿਹੜੀ ਹੁੰਦੀ ਹੈ ਅਤੇ ਗੰਭੀਰ ਬਿਮਾਰੀ ਹੁੰਦੀ ਹੈ, ਉਹਦੇ ਨਾਲ ਜੁੜਿਆ ਹੁੰਦਾ। ਉਹਦੇ ਨਾਲ ਜਿਹੜਾ ਤੁਸੀਂ ਸਹੀ ਕਿਹਾ ਕਿ ਜਿਹੜਾ ਦੂਜਾ ਇੱਕ ਚਿੰਤਾ ਹੋਰ ਜੁੜੀ ਹੁੰਦੀ ਹੈ ਕਿ ਕੀ ਕਿਤੇ ਇਹ ਬਿਮਾਰੀ ਜਿਹੜੀ ਹੈ ਉਹ ਉਸ ਪਰਟੀਕੂਲਰ ਮਰੀਜ਼ ਤੋਂ ਉਹਦੇ ਅੱਗੇ ਆਉਣ ਵਾਲੇ ਬੱਚਿਆਂ ਨੂੰ ਵੀ ਹੋ ਸਕਦੀ ਹੈ, ਜਾਂ ਕਿਤੇ ਇਹ ਤਾਂ ਨਹੀਂ ਵੀ ਇਹ ਸਾਡੇ ਕਿਸੇ ਪੁਰਖੇ ਨੂੰ ਸੀ ਤੇ ਸਾਨੂੰ ਹੋ ਗਈ। ਹਾਂ, ਇੱਕੋ ਗੱਲ ਹੀ ਹੋ ਗਈ ਨਾ। ਉਹੀ ਗੱਲ ਹੋ ਗਈ ਕਿ ਇਹ ਉਹ ਮਰੀਜ਼ ਸੋਚੇ ਕਿ ਮੇਰੇ ਬਾਪ ਨੂੰ ਦਾ, ਮੇਰੀ ਮਾਂ ਨੂੰ ਜਾਂ ਮੇਰੇ ਚਾਚਿਆਂ ਮਾਸੀਆਂ 'ਚ ਕਿਤੇ ਸੀਗੀ ਤਾਂ ਮੈਨੂੰ ਹੋਈ ਹੈ, ਅਤੇ ਜਾਂ ਵੀ ਜੇ ਮੈਨੂੰ ਹੈਗੀ ਹੈ ਤਾਂ ਕਿਤੇ ਮੇਰੇ ਬੱਚਿਆਂ ਨੂੰ ਤਾਂ ਨਹੀਂ ਹੋਊਗੀ। ਇਹ ਚਿੰਤਾ ਬਹੁਤ ਹੀ ਜਾਇਜ਼ ਹੈ ਔਰ ਸੁਭਾਵਿਕ ਹੈ ਕਿ ਦਿਮਾਗ 'ਚ ਆਊਗੀ ਇਹ ਗੱਲ ਕਿ ਮੈਂ ਹੁਣ ਇਹਦਾ ਕੀ ਕਰਾਂ, ਇਹਦਾ ਕੋਈ ਮੈਂ ਪ੍ਰੀਕਾਸ਼ਨ ਲਵਾਂ, ਬੱਚਾ ਪੈਦਾ ਨਾ ਕਰਾਂ, ਜਾਂ ਬੱਚਾ ਪੈਦਾ ਕਰਨ ਤੋਂ ਪਹਿਲਾਂ ਕੁਛ ਕੀ ਕਰਾਂ ਮੈਂ। ਉਹਦੇ 'ਚ ਕਰਾਉਂਦੇ ਜੀ ਇੱਕ ਗੱਲ ਜਿਹੜੀ ਹੈ ਆਪਾਂ ਇਨ ਪ੍ਰਿੰਸੀਪਲ ਥੋੜ੍ਹਾ ਜਿਹਾ ਡਿਸਕਸ ਕਰ ਲਈਏ ਕਿ ਜਿਹੜੀ ਬਹਿਸ ਸੀਗੀ ਇਹ ਬਹੁਤ ਲੰਬਾ ਸਮਾਂ ਚੱਲੀ। ਮੇਰੇ ਖਿਆਲ 'ਚ ਬਹਿਸ ਚੱਲੀ ਕੋਈ 1 ਸੈਂਚਰੀ ਤੋਂ ਵੱਧ, ਯਾਨੀ ਇੱਕ 100 ਸਾਲ ਤੱਕ। ਹਾਂ, 1 ਸਦੀ ਤੋਂ ਇਹ ਬਹਿਸ ਚੱਲ ਰਹੀ ਹੈ ਕਿ ਜੀਨਸ ਕੀ ਹੁੰਦੇ ਆ ਅਤੇ ਕਿੰਨੇ ਕੁ ਮਹੱਤਵਪੂਰਨ ਹੁੰਦੇ ਆ। ਅਤੇ 2 ਪੈਰਲਲ ਗਰੁੱਪ ਬਣ ਗਏ। ਇੱਕ ਗਰੁੱਪ ਕਹਿੰਦਾ ਸੀਗਾ ਕਿ ਜੀਨ ਜਿਹੜੇ ਹੁੰਦੇ ਆ ਇਹ ਫਿਕਸ ਚੀਜ਼ ਹੁੰਦੇ ਆ, ਕਿ ਪੱਕੀ ਜਿਹੀ ਚੀਜ਼ ਹੈ ਵੀ ਜੋ ਜੀਨ ਹੈਗੇ ਆ, ਹੁਣ ਇਹ ਅੱਗੇ ਜਾ ਕੇ ਫਿਰ ਆਪਣਾ ਪੂਰਾ ਅਸਰ ਦਿਖਾਉਣਗੇ ਅਗਲੀ ਪੀੜ੍ਹੀ 'ਚ, ਅਤੇ ਜੀਨ ਬਦਲਦੇ ਨਹੀਂ ਹੈ। ਦੂਜਾ ਜਿਹੜਾ ਸੀਗਾ ਵਿਗਿਆਨੀਆਂ ਦਾ ਜਿਹੜਾ ਧਿਰ ਜਿਹੜੀ ਸੀਗੀ ਉਹ ਕਹਿੰਦੀ ਸੀ ਨਹੀਂ, ਜੀਨ ਕੋਈ ਜ਼ਰੂਰੀ ਨਹੀਂ ਵੀ ਜੀਨ ਜੇ ਇੱਕ ਪੀੜ੍ਹੀ 'ਚ ਇੱਕ ਬੰਦੇ 'ਚ ਥੋੜ੍ਹੇ ਬਹੁਤੇ ਵਿਗਾੜ ਪੈ ਗਿਆ ਤਾਂ ਵੀ ਜ਼ਰੂਰੀ ਅਗਲੀ ਪੀੜ੍ਹੀ 'ਚ ਜਾ ਕੇ ਵੀ ਉਨਾ ਹੀ ਵਿਗਾੜ ਰਹੇਗਾ। ਉਹਨੂੰ ਕਹਿੰਦੇ ਸੀ ਕਿ ਇੱਕ ਤਾਂ ਹੋ ਗਏ ਜੀਨ ਕਿੱਥੇ ਨੇ, ਸਾਡੇ ਸੈੱਲ ਦੇ ਅੰਦਰ ਨੇ, ਅਤੇ ਦੂਜਾ ਹੈ ਕਿ ਉਹਨਾਂ ਦੇ ਆਲੇ ਦੁਆਲੇ ਕੈਮੀਕਲ ਜਿਹੜੇ ਨੇ ਉਹ ਕਿਹੜੇ ਨੇ, ਕਿਉਂਕਿ ਜੀਨ ਜਿਹੜੇ ਕੰਮ ਕਰਦੇ ਆ ਕੈਮੀਕਲ ਦੇ ਥਰੂ ਕਰਦੇ ਆ। ਜੀਨ ਸਿੱਧਾ ਕੁਛ ਨਹੀਂ ਕਰਦੇ। ਜੀਨ ਕੁਛ ਸਰੀਰ 'ਚ ਰਸਾਇਣਕ ਪਦਾਰਥ ਬਣਦੇ ਆ, ਰਸ ਬਣਦੇ ਆ, ਜਿਹਨੂੰ ਆਪਾਂ ਕੈਮੀਕਲ ਕਹਿ ਸਕਦੇ ਹਾਂ, ਰਸ ਬਣਦੇ ਆ। ਉਹਨਾਂ ਰਸਾਂ ਦੇ ਰਾਹੀਂ ਅੱਗੇ ਸਰੀਰ ਦੇ ਉੱਪਰ ਪ੍ਰਭਾਵ ਪਾਉਂਦੇ ਆ। ਲਿੰਫੈਟਿਕ ਸਿਸਟਮ ਦੇ ਨਾਲ ਜੁੜਾ ਉਹ ਕਈ ਸਾਰੇ ਸਿਸਟਮ ਨੇ ਉਹ
ਹਾਰਮੋਨਸ ਨੇ, ਉਹ ਦੂਜੇ ਗਲੈਂਡ ਨੇ, ਕੋਈ ਮਤਲਬ ਕਈ ਕਿਸਮ ਦੇ ਸਿਸਟਮ ਨੇ, ਉਹਦੇ ਵਿਸਥਾਰ 'ਚ ਨਾ ਜਾਈਏ ਆਪਾਂ। ਅਤੇ ਉਹ ਜਿਹੜੇ ਰਸ ਨੇ, ਉਹ ਰਸਾਂ 'ਚ ਅਗਰ ਤਬਦੀਲੀ ਕਰਤੀ ਜਾਵੇ, ਜਿਹੜੇ ਆਲੇ ਦੁਆਲੇ ਰਸ ਨੇ ਜੀਨਾਂ ਦੇ, ਉਹ ਰਸ ਕਿਹੜੇ ਨੇ? ਸਾਡੀ ਹਵਾ 'ਚੋਂ ਆਕਸੀਜਨ ਜਾਣੀ ਹੈ, ਫਿਰ ਸਾਡੇ ਫੂਡ 'ਚੋਂ ਬੜਾ ਕੁਛ ਜਾਣਾ, ਫਿਰ ਅਸੀਂ ਦਵਾਈਆਂ ਖਾ ਰਹੇ ਹਾਂ, ਫਿਰ ਸਾਡੀ ਹਵਾ 'ਚ ਬੜਾ ਕੁਛ ਹੈ, ਪਾਣੀ 'ਚ ਬੜਾ ਕੁਛ ਹੈ, ਫਿਰ ਸਾਡੀ ਰੇਡੀਏਸ਼ਨ ਹੈ ਆਲੇ ਦੁਆਲੇ ਬਹੁਤ ਜ਼ਿਆਦਾ। ਤੁਹਾਡੀਆਂ ਆਹ ਨੇ EMF ਵੇਵਸ ਨੇ, ਜਿਹੜੀ ਟੈਲੀਫੋਨਾਂ ਤੋਂ, ਟੈਲੀਵਿਜ਼ਨਾਂ ਤੋਂ, ਮੋਬਾਈਲਾਂ ਤੋਂ ਨਿਕਲ ਰਹੀਆਂ ਨੇ। ਇੱਕ ਰੇਡੀਓ ਐਕਟਿਵ ਕਣ ਨੇ, ਜਿਵੇਂ ਯੂਰੇਨੀਅਮ ਦੇ ਕਣ ਬਹੁਤ ਹੋ ਗਏ, ਸਾਡੇ ਪਾਰਟੀਕਲਸ, ਯੂਰੇਨੀਅਮ ਪਾਰਟੀਕਲ ਸਾਡੇ ਇਨਵਾਇਰਮੈਂਟ 'ਚ ਬਹੁਤ ਜ਼ਿਆਦਾ ਨੇ। ਸੋ ਉਹ ਉਹਦੇ ਜੀਨ ਦੇ ਆਲੇ ਦੁਆਲੇ ਨੇ। ਤਾਂ ਇਹ ਬਹਿਸ ਚੱਲੀ ਕਿ ਵੀ ਉਹ ਕੈਮੀਕਲ ਜ਼ਿਆਦਾ ਮਹੱਤਵਪੂਰਨ ਨੇ, ਯਾਨੀ ਕਿ ਵਾਤਾਵਰਨ ਜ਼ਿਆਦਾ ਮਹੱਤਵਪੂਰਨ ਹੈ ਕਿ ਜੀਨ ਜ਼ਿਆਦਾ ਮਹੱਤਵਪੂਰਨ ਹੈ। ਕਿ ਜੀਨ ਜ਼ਰੂਰੀ ਹੈ ਵੀ ਜੀਨ ਬਿਲਕੁਲ ਉੱਦਾਂ ਹੀ ਬਿਹੇਵ ਕਰਨਗੇ ਜਿੱਦਾਂ ਹੈਗੇ ਆ ਉਹ, ਜਾਂ ਜੇ ਉਹ ਅਗਰ ਵਾਤਾਵਰਨ ਬਦਲਤਾ ਜਾਵੇ, ਜੀਨਾਂ ਦੇ ਆਲੇ ਦੁਆਲੇ ਜਿਹੜੇ ਕੈਮੀਕਲ ਨੇ ਉਹ ਬਦਲਤੇ ਜਾਣ, ਤਾਂ ਜੀਨ ਵੱਖਰੀ ਤਰ੍ਹਾਂ ਬਿਹੇਵ ਕਰਦੇ ਆ। ਤਾਂ ਇਹ ਬਹਿਸ ਬਹੁਤ ਲੰਬਾ ਸਮਾਂ ਚੱਲੀ। ਉਹਨੂੰ ਐਪੀਜੈਨੇਟਿਕਸ ਕਹਿੰਦੇ ਆ। ਜੀਨ ਦੀ ਸਾਇੰਸ ਨੂੰ ਕਹਿੰਦੇ ਜੈਨੇਟਿਕਸ, ਅਤੇ ਜੀਨ ਦੇ ਆਲੇ ਦੁਆਲੇ ਜਿਹੜੇ ਕੈਮੀਕਲ ਨੇ ਉਹਨਾਂ ਨੂੰ ਕਹਿੰਦੇ ਐਪੀਜੈਨੇਟਿਕਸ। ਐਪੀ ਮੀਨਸ ਅਰਾਊਂਡ, ਐਪੀ ਮੀਨਸ ਅਰਾਊਂਡ, ਕਿ ਜੀਨ ਦੇ ਅਰਾਊਂਡ ਜੀਨ ਕਿੰਨਾ ਕੈਮੀਕਲ ਨਾਲ ਘਿਰਿਆ ਹੋਇਆ। ਜੀਨ ਮਤਲਬ DNA ਜਿਹਨੂੰ ਕਹਿ ਸਕਦੇ ਹਾਂ। ਹਾਂ, DNA ਜੀਨ ਅਤੇ DNA ਇੱਕੋ ਗੱਲ ਹੀ ਹੁੰਦੇ ਆ। ਸੋ ਜੀਨ ਜਿਹੜੇ DNA ਦੇ ਬਣੇ ਹੁੰਦੇ ਆ। ਸੋ ਜੀਨ ਜਿਹੜੇ ਨੇ, ਮਤਲਬ ਜੀਨ ਇੱਥੇ ਮੈਂ ਕਲੀਅਰ ਕਰਦਾ ਸਰੋਤਿਆਂ ਨੂੰ ਕਿ ਜੀਨ ਸਰੀਰ ਦੀ ਕੰਮਕਾਰ ਦਾ ਸਵਿੱਚ ਹੁੰਦੇ ਆ। ਜਿੱਦਾਂ ਸਾਡੇ ਘਰ ਦੇ ਅੰਦਰ ਉਹ ਸਾਡਾ ਇੱਕ ਬਾਕਸ ਲੱਗਿਆ ਹੋਇਆ, ਉਹਦੇ ਅੰਦਰ ਅਲੱਗ-ਅਲੱਗ ਸਵਿੱਚ ਲੱਗੇ ਹੋਏ ਆ ਏਰੀਆ ਵਾਈਜ਼, ਉੱਦਾਂ ਹੀ ਜੀਨ ਹੁੰਦੇ ਆ। ਇੱਕ ਰੰਗ ਦਾ ਜੀਨ ਹੈ, ਇੱਕ ਬੋਲ ਦਾ ਜੀਨ ਹੈ, ਇੱਕ ਅੱਖਾਂ ਦੇ ਸਾਈਜ਼ ਦਾ ਜੀਨ ਹੈ। ਹਰ ਚੀਜ਼ ਦੇ, ਹਰ ਗੁਣ ਦੇ, ਹਰ ਕੰਮ ਦਾ ਜੀਨ ਅਲੱਗ-ਅਲੱਗ ਹੁੰਦਾ। ਉਹ ਜੀਨ ਉੱਥੋਂ ਸਵਿੱਚ ਔਨ ਆਫ ਕਰਦਾ ਜੋ ਕੁਛ ਵੀ ਕਰਦਾ। ਤਾਂ ਉਹ ਜਿਹੜਾ ਵਰਤਾਰਾ ਉਹ ਕਿਤੇ ਨਾ ਕਿਤੇ ਜੀਨ ਦਾ ਅਤੇ ਜੀਨ ਦੇ ਆਲੇ ਦੁਆਲੇ ਕੈਮੀਕਲ ਦਾ ਵਰਤਾਰਾ। ਜੀਨ ਦੀ ਸਾਇੰਸ ਨੂੰ ਕਹਿੰਦੇ ਜੈਨੇਟਿਕਸ, ਅਤੇ ਜਿਹੜੇ ਜੀਨ ਦੇ ਆਲੇ ਦੁਆਲੇ ਕੈਮੀਕਲ ਉਹਨਾਂ ਨੂੰ ਕਹਿੰਦੇ ਆ ਐਪੀਜੈਨੇਟਿਕਸ। ਸੋ ਇਹ ਬਹੁਤ ਲੰਬਾ ਸਮਾਂ ਬਹਿਸ ਚੱਲੀ ਕਿ ਕੀ ਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ ਕਿ ਐਪੀਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ। ਕੁਛ ਲੋਕ ਕਹਿੰਦੇ ਸੀ ਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ, ਐਪੀਜੈਨੇਟਿਕਸ ਕੋਈ ਖਾਸ ਰੋਲ ਨਹੀਂ ਪਲੇ ਕਰ ਸਕਦਾ, ਜਿੱਥੇ ਜੀਨ ਹੀ ਰੋਲ ਪਲੇ ਕਰਦਾ। ਐਪੀਜੈਨੇਟਿਕਸ ਵਾਲੇ ਕਹਿੰਦੇ ਸੀ ਨਹੀਂ, ਜੀਨ ਨਾਲੋਂ ਜ਼ਿਆਦਾ ਇੰਪੋਰਟੈਂਟ ਐਪੀਜੈਨੇਟਿਕਸ ਹੈ। ਜੇ ਕੈਮੀਕਲ ਠੀਕ ਰਹਿਣ, ਠੀਕ ਗੁੱਡ ਕੈਮੀਕਲਸ ਹੋਣ, ਤਾਂ ਜਿਹੜਾ ਮਾੜਾ ਜੀਨ ਵੀ ਚੰਗਾ ਪਰਫਾਰਮ ਕਰ ਜਾਂਦਾ। ਅਤੇ ਜੇ ਕੈਮੀਕਲ ਮਾੜੇ ਹੈ ਜੀਨ ਦੇ ਆਲੇ ਦੁਆਲੇ, ਤਾਂ ਚੰਗਾ ਜੀਨ ਵੀ ਜਿਹੜਾ ਉਹ ਵੀ ਅੱਛਾ ਕੰਮ ਨਹੀਂ ਕਰ ਸਕਦਾ, ਉਹ ਵੀ ਬੈਡ ਪਰਫਾਰਮ ਕਰੇਗਾ। ਤਾਂ ਇਹ ਜੈਨੇਟਿਕਸ ਦੀ ਬਹਿਸ ਇੱਕ ਸਦੀ ਚੱਲੀ, ਔਰ ਪਿਛਲੇ 10-15 ਸਾਲ ਤੋਂ ਆ ਕੇ ਉਹ ਬਹਿਸ ਜਿਹੜੀ ਹੈ ਠੱਪ ਹੋ ਗਈ ਹੈ। ਉਹ ਫਾਈਨਲੀ ਫੈਸਲਾ ਹੋ ਗਿਆ ਕਿ ਐਪੀਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ, ਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਅਗਰ ਐਪੀਜੈਨੇਟਿਕਸ ਠੀਕ ਕਰਤੀ ਜਾਵੇ, ਯਾਨੀ ਕਿ ਜੀਨ ਦੇ ਆਲੇ ਦੁਆਲੇ ਕੈਮੀਕਲ ਠੀਕ ਕਰਤੇ ਜਾਣ, ਕਿਵੇਂ ਠੀਕ ਹੋਣਗੇ ਉਹ? ਹਵਾ ਠੀਕ ਹੋਣ ਨਾਲ, ਪਾਣੀ ਠੀਕ ਹੋਣ ਨਾਲ, ਭੋਜਨ ਸ਼ੁੱਧ ਹੋਣ ਨਾਲ, ਭੋਜਨ ਸੰਤੁਲਿਤ ਹੋਣ ਨਾਲ, ਫਿਰ ਤੁਹਾਡੇ ਖੁਸ਼ ਰਹਿਣ ਨਾਲ, ਹੈਪੀਨੈਸ 'ਚ ਕੈਮੀਕਲ ਬਦਲ ਜਾਂਦੇ ਆ ਬਾਡੀ ਦੇ। ਸੈਡਨੈਸ 'ਚ, ਉਦਾਸੀ 'ਚ, ਚਿੰਤਾ 'ਚ, ਬਦਲੇ ਦੀ ਭਾਵਨਾ 'ਚ, ਈਰਖਾ 'ਚ ਕੈਮੀਕਲ ਹੋਰ ਹੋ ਜਾਂਦੇ ਆ। ਕਿ ਤੁਸੀਂ ਕਿੰਨੇ ਖੁਸ਼ ਹੋ, ਕਿੰਨੇ ਕੁ ਈਰਖਾ ਮੁਕਤ ਹੋ, ਕਿੰਨੇ ਕੁ ਸੋਸ਼ਲ ਹੋ, ਕਿੰਨੇ ਕੁ ਤੁਸੀਂ ਸਰਬੱਤ ਦਾ ਭਲਾ ਚਾਹੁਣ ਵਾਲੇ ਹੋ, ਕਿੰਨੇ ਕੁ ਤੁਸੀਂ ਧਾਰਮਿਕ ਹੋ। ਉਹ ਧਰਮ ਜਿਹੜਾ ਹੈ ਸਾਨੂੰ ਬਹੁਤ ਪਿਆਰੀ ਚੀਜ਼ ਸਿਖਾਉਂਦਾ ਕਿ ਸਭ ਕੁਛ ਇੱਕੋ ਹੀ ਕੁਛ ਹੈ। ਇੱਕ ਓਂਕਾਰ ਜਿਹੜਾ ਬਾਬੇ ਦਾ ਜਿਹੜਾ ਉਂਗਲ ਹੈ, ਇੱਕ ਓਂਕਾਰ ਕਿ ਇੱਕੋ ਹੀ ਹੈ ਸਭ ਕੁਛ, ਉਸ ਤੋਂ ਬਾਹਰ ਕੁਛ ਨਹੀਂ ਹੈ, ਉਹ ਸੱਚ ਹੈ। ਤਾਂ ਜਿਹੜਾ ਵਿਅਕਤੀ ਇਹ ਸਾਰੇ ਸੰਦਰਭ 'ਚ ਜੀਵਨ ਜਿਉ ਰਿਹਾ ਹੈ, ਉਹਦੀ ਹਵਾ ਵੀ ਸਾਫ਼ ਸੁਥਰੀ ਹੈ, ਉਹਦਾ ਪਾਣੀ ਵੀ ਸ਼ੁੱਧ ਹੈ, ਉਹ ਭੋਜਨ ਵੀ ਅੱਛਾ ਖਾ ਰਿਹਾ, ਉਹ ਖੁਸ਼ ਵੀ ਰਹਿੰਦਾ, ਉਹ ਈਰਖਾ ਤੋਂ ਮੁਕਤ ਹੈ, ਉਹ 'ਚ ਕੋਈ ਬਦਲੇ ਦੀ ਭਾਵਨਾ ਨਹੀਂ ਹੈ, ਉਹ ਸਰਬੱਤ ਦੇ ਭਲੇ ਦੀ ਜਿਹੜੀ ਉਹਦੇ ਹਿਰਦੇ 'ਚ ਵਸਦੀ ਹੈ, ਜਿਵੇਂ ਬਾਬੇ ਨਾਨਕ ਦੇ ਵਸਦੀ ਸੀ, ਤਾਂ ਉਹ ਜਿਵੇਂ ਸ਼ੇਖ ਫਰੀਦ ਦੇ ਵਸਦੀ ਸੀ, ਕਬੀਰ ਦੇ ਵਸਦੀ ਸੀ। ਤਾਂ ਜਿੰਨਾ ਜੇ ਉਹਦੇ ਨੇੜੇ ਹੋਵਾਂਗੇ ਉਨੀ ਉਹਦੇ ਕੈਮੀਕਲ ਵਧੀਆ ਹੋ ਜਾਣਗੇ। ਅਤੇ ਜੇ ਕੈਮੀਕਲ ਵਧੀਆ ਹੋਣਗੇ ਤਾਂ ਉਹਦੇ ਵਿੱਚ ਜੀਨ ਦੀ ਪਰਫਾਰਮੈਂਸ ਜਿਹੜੀ ਆ ਉਹ ਕੈਮੀਕਲ 'ਤੇ ਨਿਰਭਰ ਹੈ। ਜੇ ਜੀਨ ਮਾੜਾ ਮੋਟਾ ਕਮਜ਼ੋਰ ਹੈ ਵੀ ਹੈ, ਨੁਕਸਦਾਰ ਹੈ ਵੀ ਹੈ, ਤਾਂ ਉਹ ਠੀਕ ਪਰਫਾਰਮ ਕਰੇਗਾ।
तो जे जीन जिन्ना मर्जी तकड़ा हो जो कैमिकल माड़े ने तो अल्टीमेटली जीन पहला तो काम नहीं कर पाऊगा, मुड़ के खुद खराब हो जाऊगा। सो जीन्स दोनों पासों इफैक्ट होंदा है। जे एपीजेनेटिक्स माड़ी होवे, उहदे वाले आले दुआले वातावरण माड़ा होवे, तो पहली गल तो जीन काम नहीं कर सकता, दूजी गल जीन आप बीमार होने लग जाता है, तीजी गल अगर उसका उल्टा होवे कि जीन के आले दुआले कैमिकल बहुत अच्छे होण तो जीन्स काम भी ठीक कर लग जाता है, उसकी सेहत भी इंप्रूव कर लग जाती है, तकड़ा होने लग जाता है। तो कुलवंत जी तुसीं हैरान होवोगे, जीन्स के अंदर अनंत पावर है अपने आप को रिपेयर करने की, कि जीन कोई फिक्स चीज़ नहीं है, वो फिर रिपेयर कर लेंगे अपने आप को। बॉडी के अंदर ऐसी एक पावर है, और उस जो जी रिपेयर पावर है जी अपनी मुरम्मत करने की, कि मुड़ के अगर मान लो टुट भज हो भी गई जीन कोई तो वो रिपेयर कर लेंदा, बॉडी रिपेयर कर लेंदी है, ऑटो रिपेयर सिस्टम वो अंदर है। तो वो जी रिपेयर है वो अंदर कुलवंत जी दूजी गल जी आप पहला भी कर चुके आप कि वायरसेस हैल्प कर दियां ने। वायरसेस वो साडे अंदर कमाल दा जीव है जिहड़ा साडे शरीर दे सैलां नाल रल के साडे जीन्स नूं रिपेयर करन च मदद करदा है। सो इस करके हुण फाइनली सैटल हो गया कि जेनेटिक्स ज़्यादा इंपॉर्टेंट नहीं है, एपीजेनेटिक्स ज़्यादा इंपॉर्टेंट है। तो एपीजेनेटिक्स अच्छी होवे तो वो जो जीन ने वो जो अगली पीढ़ी जाणगे तो वो सुधर के जाणगे, जे थोड़े एपीजेनेटिक्स ठीक है तो। जे जो एपीजेनेटिक्स माड़ी है तो थोड़े जीन चंगे भी सीगे तां भी माड़े वो उत्थे अगली पीढ़ी तक पहुँचते पहुँचते माड़े हो जाएंगे। तो इस करके ये गल जी फाइनली सैटल्ड है हुण कि जे असीं साडी हवा शुद्ध होवे, साडा पानी शुद्ध होवे, खाना पीना अच्छा होवे, असीं खुश रहीए, तनाव मुक्त रहीए, हसदे खेडदे रहीए, सरबत दा भला लुच्चण वाले होईए, समाजिक होईए, तां साडे जीन्स थोड़े बहुते होण भी खराब तां भी वो साडा पहली गल तां बिगाड़दे कुछ नहीं है, काम कार भी ठीक करते हैं और अगली पीढ़ी तक नूं भी जिहड़ा खतरा है वो घटी जाता है अगे नालों। सो इस करके ये चीज़ हुण सैटल हो चुकी है। डॉक्टर साहब फिर तुहाडी गलबात तो एक चीज़ निकल के सामने आ रही है, दर्शकों के मनां दे विच भी होनी ये चीज़ कि जिस घर दे विच जिस इलाके दे विच जिहड़े वातावरण दे विच बंदे नूं बीमारी चिंबड़ी है, क्रॉनिक डिजीज़ चिंबड़ी है, तो जेकर उसका परिवार भी उस घर उस वातावरण के उस ही सिस्टम दे विच अगे वधदा है तो फिर उसनूं उही बीमारी अगे होने की संभावना जिहड़ी है उहदे चांसिस बहुत ज़्यादा वध जांदे ने। इहदे इसे करके डॉक्टर कहते हैं भी इत्थों निकल जाओ, अगे जाके किते होर हवा पानी चेंज करके आओ, पहाड़ां 'च जाओ, किते खुश होवो जाके उत्थे वातावरण बदलो जाके, इसे करके किया जाता। बिल्कुल इसे करके क्या जाता है, इसे करके उस तो भी पहला जो वातावरण बदलण तो पहला फूड बदलो, क्योंकि भोजन साडी किहो जी चीज़ है जिहड़ी साडे अपने हत्थ 'च है। असीं भोजन 'च इन्नियां ज़्यादा गलतियां कर रहे हैं कि जे असीं कल्ला भोजन सुधार लईए अपना, क्योंकि देखो एक शुगर का मरीज़ हुण अक्सर हर कोई शुगर के मरीज़ आउंदे हैं आके पहले असीं पुछांगे कि शुगर कदों तो ही पहला कहणगे अपने क्योंकि अपने आप नूं बरी करन दे मारे कि साडे 'च तां कोई नुक्स नहीं है, मेरी तां जी मां नूं भी सीगी, मेरे तां जी बाप नूं भी सीगी, मेरी तां जी मासी नूं भी सीगी, वो दूजे ते दोष छिड़ देणगे। इसे करके आपां विशा छेड़िया ना, क्योंकि हर किसी दिमाग 'च यही गल बैठी, लेकिन वो ये नहीं सोचते कि जो मेरा बाप खा रहा सीगा, जो मेरी मां खा रही सी उही मैं खा रहा, कि मेरा खाना पीना भी उही है, मेरी उही हवा है, उही पानी है, उही खाना पीना, उही साड़ियाँ आदतां ने। क्योंकि परिवार के अंदर लगभग जे जे हवा भी उही रहनी है, पानी भी उही रहना, खाना भी उही रहना, कला कलेश भी उही रहनी है। जे परिवार कला हो रही है, कलेश हो रहा है, तो जे एक पीढ़ी हुई है अगली पीढ़ी भी उही कला कलेश चीज जम्मी है पली है। बजुर्ग अपने कहते हैं ना भी कला कलंतर वसे तो घड़ियों पानी नसे। सो इस करके आपां कल्ले जीन्स नहीं शेयर करते फैमिली दे नाल सारा कुछ शेयर करते हैं, आपां अपना एनवायरनमेंट भी शेयर करते हैं, अपनी समाजिक जिंदगी भी शेयर करते हैं, अपना खाना पीना भी शेयर करते हैं, अपने इमोशनस भी शेयर करते हैं, तो वो भी सांझियां होंदियां ने। तो इस करके उन्हों का प्रभाव जिहड़ा हुंदा वो जिहड़ा ज़्यादा इंपॉर्टेंट है जीन्स के मुकाबले। तो इस करके सानू दूजी गल ये है भी जीन्स का तो असीं कुछ इदां तो कुछ सवार नहीं सकते, सीधा जीन नूं असीं की कर सकते हैं, ठीक है ना। आपां उहदा वातावरण बदल दईए तो फिर वेट करिए कि की वो बीमारी ठीक होंदी है, तो असीं आप ही हैरान रह जाते हैं कि जो तुसीं वातावरण बदलो नाल दी नाल बीमारियां ठीक होनी शुरू हो जांदियां। तो उस पीढ़ी भी ठीक होने लग जाती, अगली पीढ़ी की गल बाद दी है। जिहड़ी पीढ़ी बीमार हुई है जे वो भोजन बदलना कल्ला, हले हवा भी को बहुत ही आप नहीं तब्दील कर पाते कल्ले तो कल्ले,
ਪਾਣੀ ਨਹੀਂ ਬੋਇਲ ਕਰ ਲਏ ਤਾਂ ਗੱਲੇ ਬਹੁਤਾ ਚਲੋ ਪਾਣੀ 'ਚ ਥੋੜ੍ਹਾ ਬਹੁਤਾ ਆਪਾਂ ਕਰ ਸਕਦੇ ਹਾਂ, ਲੇਕਿਨ ਭੋਜਨ 'ਚ ਤਾਂ ਕਰ ਸਕਦੇ ਹਾਂ। ਜਦੋਂ ਭੋਜਨ ਬਦਲਦੇ ਹਾਂ ਆਪਾਂ ਤਾਂ ਨਾਲ ਦੀਆਂ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਵੱਡੀਆਂ ਵੱਡੀਆਂ ਮਤਲਬ ਆਟੋਇਮਿਊਨ ਡਿਸਆਰਡਰ ਜਿਨ੍ਹਾਂ 'ਚ ਸਟਰੋਂਗ ਹੈਰੀਡਿਟੀ ਕਿਹਾ ਜਾਂਦਾ ਹੈ, ਸ਼ੂਗਰ, ਬੱਚਿਆਂ ਦੀ ਸ਼ੂਗਰ, ਇਹ ਸਾਰਾ ਕੁਛ ਜਿਹੜਾ ਉਹ ਲਾਈਨ 'ਤੇ ਆ ਜਾਂਦਾ। ਅਤੇ ਇਹਦਾ ਮਤਲਬ ਸਪਸ਼ਟ ਹੈ ਕਿ ਜਿਹੜੀ ਬਹਿਸ ਸੀਗੀ ਜੈਨੇਟਿਕਸ ਵਰਸਸ ਐਪੀਜੈਨੇਟਿਕਸ ਜੋ ਸੈਟਲ ਹੋਈ ਹੈ ਉਹ ਬਿਲਕੁਲ ਸਹੀ ਹੋਈ ਹੈ ਕਿ ਐਪੀਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ, ਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਪਰ ਡਾਕਟਰ ਸਾਹਿਬ ਗੱਲ ਫਿਰ ਉੱਥੇ ਆਉਂਦੀ ਹੈ, ਤੁਸੀਂ ਕਿਹਾ ਭੋਜਨ ਬਦਲਣਾ, ਪਰ ਬਹੁਤੀ ਵਾਰ ਅਜਿਹਾ ਨਹੀਂ ਹੋ ਪਾਉਂਦਾ ਕਿ ਇੱਕ ਪਰਿਵਾਰ ਦੇ ਵਿੱਚ ਜਦ ਤੱਕ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀਆਂ ਕੋਲ ਜਾਂ ਕੋਈ ਇਸ ਤਰ੍ਹਾਂ ਦੀਆਂ ਆਪਣੀ ਜਿਹੜੀ ਡਿਸਕਸ਼ਨ ਕਿਸੇ ਪਾਸੇ ਸਾਡੇ ਵਰਗੇ ਜਿਹੜੇ ਲੋਕ ਨੇ ਜਿਹੜੇ ਡਿਸਕਸ਼ਨ ਕਰਕੇ ਪਬਲਿਕ ਤੱਕ ਪਹੁੰਚਾ ਰਹੇ ਨੇ, ਜਦ ਤੱਕ ਉਹਨਾਂ ਦੀ ਗੱਲ ਨਹੀਂ ਸੁਣਦੇ ਉਦੋਂ ਤੱਕ ਉਹ ਸਾਰਾ ਸਿਸਟਮ ਉਵੇਂ ਹੀ ਚੱਲਦਾ ਰਹਿੰਦਾ ਅਤੇ ਬਿਮਾਰੀਆਂ ਅੱਗੇ ਦੀਆਂ ਅੱਗੇ ਘੇਰਦੀਆਂ ਪੀੜ੍ਹੀਆਂ ਖਤਮ ਕਰ ਦਿੰਦੀਆਂ ਨੇ। ਅਤੇ ਕੀ ਇਹ ਜ਼ਰੂਰੀ ਹੈ ਕਿ ਭੋਜਨ ਦੇ ਨਾਲ ਨਾਲ ਜਿਹੜਾ ਉਹ ਵਾਤਾਵਰਨ, ਜਿਸ ਵਾਤਾਵਰਨ 'ਚੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਰਹੀਆਂ ਨੇ, ਉਹ ਵਾਤਾਵਰਨ ਵੀ ਚੇਂਜ ਕਰਤਾ ਜਾਵੇ, ਉਹ ਥਾਂ ਛੱਡ ਦਿੱਤੀ ਜਾਵੇ? ਕਿਉਂ ਜੀ ਇਹ ਗੱਲਾਂ ਅਸਲ 'ਚ ਨਾ ਜੁੜੀਆਂ ਹੁੰਦੀਆਂ ਇੱਕ ਦੂਜੇ ਨਾਲ। ਔਰ ਜਦ ਮਨੁੱਖੀ ਚੇਤਨਾ ਹੁੰਦੀ ਨਾ, ਮਨੁੱਖੀ ਚੇਤਨਾ ਬਹੁਤ ਹੀ ਇੱਕ ਸੁੰਦਰ ਵਰਤਾਰਾ, ਔਰ ਖ਼ਾਸ ਕਰਕੇ ਜਿਹੜੀ ਸਾਡੀ ਸੱਭਿਅਤਾ ਦੇ ਅੰਦਰ ਤਾਂ ਇਹਦਾ ਵਰਤਾਰਾ ਬਹੁਤ ਰਿਹਾ। ਸਾਡੀ ਸੱਭਿਅਤਾ ਜਿਹੜੀ ਹੈ ਹਜ਼ਾਰਾਂ ਸਾਲਾਂ ਤੋਂ ਸੰਵਾਦ ਦੀ ਸੱਭਿਅਤਾ ਰਹੀ ਹੈ, ਸੰਵਾਦ ਕਰਦੇ ਰਹੇ ਅਸੀਂ। ਤੁਸੀਂ ਦੇਖੋ ਸਾਡੇ ਰਿਸ਼ੀਆਂ ਮੁਨੀਆਂ ਦੀ ਜੰਗਲਾਂ ਦੇ ਅੰਦਰ ਅਸੀਂ ਆਸ਼ਰਮ ਬਣਾਉਂਦੇ ਸੀਗੇ, ਆਸ਼ਰਮਾਂ 'ਚ ਇਹੀ ਸੰਵਾਦ ਹੁੰਦੇ ਸੀਗੇ ਕਿ ਸਮਾਜ ਨੂੰ ਕਿਵੇਂ ਸੇਧ ਦੇਣੀ ਆ। ਉਹਦੇ 'ਚ ਰਾਜੇ ਤੋਂ ਲੈ ਕੇ ਰੰਕ ਤੱਕ ਉਹਦੇ ਸ਼ਾਮਲ ਹੁੰਦੇ ਸੀਗੇ। ਇਹ ਕੋਈ ਅੱਜ ਦਾ ਵਰਤਾਰਾ ਨਹੀਂ ਹੈ। ਸਨਾਤਨ ਸੱਭਿਅਤਾ ਜਿਹੜੀ ਸੀਗੀ, ਸਨਾਤਨ ਸੰਸਕ੍ਰਿਤੀ ਸੀ, ਇਹੀ ਸੀ, ਔਰ ਬੜੀ ਪਿਆਰੀ ਸੰਸਕ੍ਰਿਤੀ ਸੀ ਉਹ। ਔਰ ਉਹਦੀ ਅੱਜ ਵੀ ਉਹਦੇ ਅੰਦਰ ਸਾਡਾ ਸੁਭਾਅ ਹੈਗੀ ਆ ਉਹ ਕਿ ਅਸੀਂ ਸੰਵਾਦ ਕਰਦੇ ਹਾਂ। ਸੋ ਜਦੋਂ ਸੰਵਾਦ ਕਰਦੇ ਹਾਂ ਆਪਾਂ, ਉਹਦੇ 'ਚ ਫਿਰ ਸਾਰਾ ਕੁਝ ਡਿਸਕਸ ਹੁੰਦਾ ਹੈ। ਉਹ 'ਚ ਭੋਜਨ ਵੀ ਡਿਸਕਸ ਹੁੰਦਾ, ਉਹ 'ਚ ਵਾਤਾਵਰਨ ਵੀ ਡਿਸਕਸ ਹੁੰਦਾ, ਉਹ 'ਚ ਹਵਾ ਪਾਣੀ ਦੀ ਵੀ ਗੱਲ ਆਉਂਦੀ ਹੈ, ਉਹ 'ਚ ਪਾਣੀਆਂ ਦੀ ਜਿਹੜੀ ਪ੍ਰਦੂਸ਼ਣ ਹੁੰਦਾ ਉਹਦੀ ਗੱਲ ਵੀ ਆਉਂਦੀ ਹੈ। ਤੁਸੀਂ ਆਪਾਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਕਿੰਨੇ ਲੋਕ ਚਿੰਤਾ ਕਰਦੇ ਆ। ਦੇਖੋ ਦਰਿਆ ਜਿਹੜੇ ਪਲੀਤ ਕਰਤੇ ਇਹਨਾਂ ਨੇ, ਆਪਾਂ ਦਰਖਤ ਕੱਟ ਰਹੇ, ਦਰਖਤ ਕਹਿੰਦੇ ਹੁਣ ਪਿਛਲੇ ਸਾਲਾਂ ਤੋਂ ਕਿੰਨਾ ਦਰਖਤ ਲਾ ਰਹੇ ਲੋਕ, ਤੜਾ ਦਰਖਤ ਲੱਗ ਰਹੇ ਆ। ਈਵਨ ਮੈਂ ਪਾਕਿਸਤਾਨ ਦੀ ਖਬਰ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਵੀ ਕਿੰਨੇ ਜਿਵੇਂ ਸਾਡੇ ਪੰਜਾਬ 'ਚ ਦਰਖਤਾਂ ਦਾ ਲਾਉਣ ਦਾ ਚਲਨ ਬਣਿਆ, ਉੱਦਾਂ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹਦੇ ਅੰਦਰ ਵੀ ਉੱਦਾਂ ਦਾ ਚਲਨ ਹੈ। ਤਾਂ ਇਹ ਇੱਕ ਵਾਤਾਵਰਨ ਬਦਲ ਰਿਹਾ। ਔਰ ਤੁਸੀਂ ਇਹ ਇੱਕ ਖੁਸ਼ੀ ਦੀ ਖਬਰ ਜਿਹੜੀ ਪਿਛਲੇ ਕੁਝ ਸਮੇਂ ਤੋਂ ਆਈ ਸੀਗੀ ਕਿ ਇਹ ਸਾਰਾ ਜਿਹੜਾ ਰੀਜਨ ਹੈ ਸਾਊਥ ਏਸ਼ੀਆ ਦਾ, ਇਹਦੇ ਅੰਦਰ ਗ੍ਰੀਨਰੀ ਵੱਧ ਰਹੀ ਹੈ। ਜਿਹੜੀਆਂ ਸੈਟੇਲਾਈਟ ਫੋਟੋਗ੍ਰਾਫਸ ਨੇ ਉਹ ਇਹ ਸ਼ੋਅ ਕਰਦੀਆਂ ਨੇ ਕਿ ਇਹ ਰੀਜਨ ਦੇ ਅੰਦਰ ਗ੍ਰੀਨਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਉਹ ਸੈਟੇਲਾਈਟ ਫੋਟੋਗ੍ਰਾਫਸ ਬੜੇ ਪਿਆਰੀਆਂ ਫੋਟੋਗ੍ਰਾਫਸ ਹੁੰਦੀਆਂ ਜਿਹੜੀਆਂ ਕਿ ਪੂਰਾ ਵੱਡੀ ਪਿਕਚਰ ਦਿੰਦੀਆਂ ਤੁਹਾਨੂੰ। ਤਾਂ ਉਹ ਸਾਰਾ ਬਤਾਰਾ ਜਿਹੜਾ ਕਿਤੇ ਕਿਉਂ ਹੋ ਰਿਹਾ, ਕਿਉਂਕਿ ਸਮਾਜ ਦੇ ਅੰਦਰ ਇੱਕ ਸੰਵਾਦ ਚੱਲ ਰਿਹਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਡਿਸਟਰਬ ਕਰਦੀ ਹੈ। ਹੁਣ ਟਰੀ ਪਲਾਂਟੇਸ਼ਨ ਜਿਹੜੀ ਹੈ ਉਦਾਹਰਨ ਦੇ ਤੌਰ 'ਤੇ, ਟਰੀ ਪਲਾਂਟੇਸ਼ਨ ਇੱਕ ਇਹੋ ਜਿਹਾ ਪਿਆਰਾ ਵਰਤਾਰਾ ਹੈ ਕਿ ਅਸੀਂ ਜੰਗਲ ਕੱਟਤੇ, ਜੰਗਲਾਂ ਨੇ ਸਾਨੂੰ ਬਹੁਤ ਬਚਾਇਆ ਹੋਇਆ ਸੀਗਾ ਕਿ ਸਾਨੂੰ ਪੁਰਖੇ ਕਹਿੰਦੇ ਸੀਗੇ ਕਿ 40% ਘੱਟੋ ਘੱਟ ਆਪਣਾ ਜੰਗਲ ਰਿਜ਼ਰਵ ਰੱਖੋ, ਕਿ 60% ਤੁਸੀਂ ਖੇਤੀ ਕਰ ਲਓ, 60% ਨੂੰ ਵਰਤ ਲਓ, ਲੇਕਿਨ 40% ਨੂੰ ਰਿਜ਼ਰਵ ਰੱਖੋ। ਅਸੀਂ ਕਰਦੇ ਸਾਰੇ ਜੰਗਲ ਕੱਟ ਕੇ ਉਹ ਮਾਰੇ ਵਿਕਾਸ ਦੇ ਨਾਂ 'ਤੇ। ਚਲੋ ਹੋ ਗਿਆ ਜੋ ਹੋ ਗਿਆ। ਹੁਣ ਅਸੀਂ ਉਹਨੂੰ ਫਿਰ ਵਾਪਸ ਲੈ ਕੇ ਆਈਏ ਅਤੇ ਆਪਣੇ ਆਲੇ ਦੁਆਲੇ ਦਰਖਤਾਂ ਦਾ ਇੱਕ ਜੰਗਲ ਖੜਾ ਕਰ ਦਈਏ ਕਿ ਠੀਕ ਹੈ ਵਿੱਚ ਹੀ ਅਸੀਂ ਰਹਿ ਰਹੇ ਹਾਂ, ਲੇਕਿਨ ਜੇ ਉੱਤੋਂ ਜਹਾਜ਼ ਤੋਂ ਕੋਈ ਦੇਖੇ ਤਾਂ ਥੱਲੇ ਐਂ ਲੱਗੇ ਵੀ ਜੰਗਲ ਹੈ। ਔਰ ਇਹੋ ਜਿਹਾ ਵਰਤਾਰਾ ਸੰਭਵ ਹੈ ਕਿ ਥੱਲੇ ਤਾਂ ਮਕਾਨ ਬਣੇ ਹੋਏ ਸਭ ਕੁਝ ਹੈਗਾ, ਲੇਕਿਨ ਮਕਾਨ ਬਣਾ ਕੇ ਫਿਰ ਉਹਦੇ ਆਲੇ ਦੁਆਲੇ ਇੰਨੇ ਕੁ ਦਰਖਤ ਨੇ। ਹੁਣ ਸਾਡੀ ਕਲੋਨੀ ਬਤਾ ਦਿੰਦੇ ਉੱਤੇ ਡਾਕਟਰ ਕਲੋਨੀ ਹੈ, ਜੇ ਉਹਨੂੰ ਉੱਤੋਂ ਦੇਖੂਗਾ ਉਹਨੂੰ ਲੱਗੂਗਾ ਕਿ ਮਿੰਨੀ ਜਾਂ ਜੰਗਲ ਹੈ, ਕੋਈ ਫੋਰੈਸਟ ਹੈ, ਇੰਨੇ ਦਰਖਤ, ਸਵਰਗ ਵਾਂਗੂ ਲੱਗਦਾ ਜੀ, ਸਵਰਗ ਹੈ। ਤਾਂ ਉਹ ਮਤਲਬ ਉਹ ਪੂਰਾ ਫੋਰੈਸਟ ਹੈ। ਤਾਂ ਇੱਦਾਂ ਦੀ ਸੱਭਿਅਤਾ ਹੋਣੀ ਚਾਹੀਦੀ ਹੈ ਕਿ ਅਸੀਂ ਇੰਨੇ ਦਰਖਤ ਲਾ ਦਈਏ, ਉਹਦੇ ਅੰਦਰ ਹਰ ਕਿਸਮ ਦੇ ਦਰਖਤ ਲਾਈਏ, ਤਾਂ ਉਹ ਜਿਹੜਾ ਸਾਰੀ ਵਾਤਾਵਰਨ ਕ੍ਰੀਏਟ ਹੋਏਗਾ ਉਹਦੇ ਨਾਲ, ਉਹ ਇੱਕ ਕਮਾਲ ਦਾ ਵਾਤਾਵਰਨ ਹੋਏਗਾ। ਹਵਾ ਵੀ ਸਾਫ਼ ਸੁਥਰੀ ਹੋਏਗੀ, ਉਹ ਸਾਨੂੰ ਜਿਹੜੇ ਦਰਖਤ ਨੇ ਉਹ ਬਹੁਤ ਵਧੀਆ ਪ੍ਰੋਡਕਟ ਦੇਣਗੇ। ਕੋਈ ਸਾਨੂੰ ਫਲ ਦੇਗਾ, ਕੋਈ ਸਾਨੂੰ ਸਬਜ਼ੀ ਦੇਗਾ, ਕੋਈ ਸਾਨੂੰ ਪੱਤੇ ਦੇਗਾ, ਕੋਈ ਸਾਨੂੰ ਕਿਸੇ ਨਾ ਕਿਸੇ ਸ਼ਕਲ 'ਚ ਕੁਛ ਨਾ ਕੁਛ ਹਵਾ ਨਹੀਂ ਤਾਂ ਹਵਾ ਸ਼ੁੱਧ ਦੇਗਾ। ਤਾਂ ਦਵਾ ਪੌਦੇ ਨੇ, ਮੈਡੀਸਨਲ ਪਲਾਂਟਸ ਨੇ। ਕਿ ਇਹ ਉਹ ਕੰਮ ਹੈ ਜਿਹੜਾ ਕਿ ਪੂਰੇ ਇੱਕ ਸਮਾਜ ਨੂੰ ਮਿਲ ਕੇ ਕਰਨਾ ਪੈਣਾ। ਇਹ ਉਹ ਕੰਮ ਹੈ ਇੱਕ ਇਲਾਕੇ ਨੂੰ ਮਿਲ ਕੇ ਕਰਨਾ ਪੈਣਾ। ਪਰ ਬਿਮਾਰੀ ਜਿਹੜੀ ਹੈ ਉਹ ਸਾਰੇ ਇਲਾਕੇ ਨੂੰ ਨਹੀਂ ਹੈਗੀ, ਬਿਮਾਰੀ ਜਿਹੜੀ ਆ ਉਹ ਪੂਰੇ ਸਮਾਜ ਨੂੰ ਨਹੀਂ ਹੈਗੀ। ਬਿਮਾਰੀ ਜਿਹੜੀ ਆ ਕੁਝ ਲੋਕਾਂ ਦੇ ਵਿੱਚ ਫੈਲੀ ਹੈ, ਅਲੱਗ-ਅਲੱਗ ਖਿੰਡ ਕੇ ਫੈਲੀ ਹੋਈ ਹੈ। ਅਤੇ ਜਦੋਂ ਅਲੱਗ-ਅਲੱਗ ਖਿੰਡ ਕੇ ਫੈਲੀ ਹੋਈ ਹੈ ਅਤੇ ਫਿਰ ਸਮਾਜ ਨੂੰ ਸਾਰੇ ਨੂੰ ਸਮਝਾ ਪਾਉਣਾ, ਕਿਉਂਕਿ ਸਮਝਾਉਂਦਿਆਂ ਸਦੀ ਹੋ ਗਈ
कि नहीं समझ पा रहा समाज। ठीक है, ਹੁਣ ਤੁਸੀਂ ਦੱਸਿਆ ਵੀ ਕੁਝ ਸੈਟੇਲਾਈਟ ਪਿਕਚਰਸ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਹੋ ਰਿਹਾ, ਲੇਕਿਨ ਜਦ ਤੱਕ ਉਹ ਹੋਏਗਾ ਸਾਰਾ ਸਿਸਟਮ, ਉਦੋਂ ਤੱਕ ਉਹਨੂੰ ਬਹੁਤ ਜਾਨਾਂ ਜਾ ਚੁੱਕੀਆਂ ਹੋਣਗੀਆਂ। ਤੇ ਹਰ ਇੱਕ ਜਾਨ, ਹਰ ਬੰਦੇ ਨੂੰ ਆਪਣੀ ਜਾਨ ਜਿਹੜੀ ਪਿਆਰੀ ਹੈ, ਹਰ ਬੰਦੇ ਨੂੰ ਆਪਣੇ ਪਰਿਵਾਰ ਦੀ ਜਾਨ ਪਿਆਰੀ ਹੈ। ਤੇ ਜਦੋਂ ਉਹਦੇ ਘਰ ਦੇ ਵਿੱਚ ਇਹ ਬਿਮਾਰੀ ਆ ਗਈ ਤੇ ਫਿਰ ਉਹ ਵਾਤਾਵਰਨ ਬਦਲੇ, ਕੀ ਕਰੇ? ਉਹ ਇੱਕ ਪਰਟੀਕੂਲਰ ਬੰਦਿਆਂ ਨੂੰ ਕੀ ਕਰਨਾ ਚਾਹੀਦਾ? ਉਹਦੇ 'ਚ ਅਸੀਂ ਉਹੀ ਪਹਿਲਾਂ ਸਭ ਤੋਂ ਪਹਿਲਾਂ ਭੋਜਨ ਤੋਂ ਸ਼ੁਰੂ ਕਰਦੇ ਹਾਂ, ਤਾਂ ਕਿ ਭੋਜਨ ਸਭ ਤੋਂ ਸੌਖਾ ਹੈ। ਜੇ ਅੱਜ ਮੈਂ ਫੈਸਲਾ ਕਰ ਲਾਂ ਕਿ ਮੈਂ ਆਪਣਾ ਭੋਜਨ ਬਦਲਣਾ ਹੈ ਤਾਂ ਮੈਂ ਅੱਜ ਹੀ ਬਦਲ ਸਕਦਾ, ਕਿਉਂਕਿ ਮੇਰੇ ਆਲੇ ਦੁਆਲੇ ਅਸੀਂ ਖੁਸ਼ਕਿਸਮਤ ਹਾਂ ਅੱਜ ਵੀ ਕਿ ਅਸੀਂ ਅੱਜ ਵੀ ਇੰਨੇ ਕੁ ਸੰਪੰਨ ਹੈਗੇ ਹਾਂ। ਅੱਜ ਵੀ ਸਾਡੇ ਕਬਜ਼ੇ 'ਚ ਹੈ ਭੋਜਨ ਜਿਹੜੀ ਹੈ ਕਿਸੇ ਨਾ ਕਿਸੇ ਸ਼ਕਲ 'ਚ, ਕਿਸਾਨਾਂ ਕਰਕੇ, ਛੋਟੇ ਅਤੇ ਮੱਧਮ ਕਿਸਾਨਾਂ ਕਰਕੇ ਭੋਜਨ ਅੱਜ ਵੀ ਉਹਦੇ 'ਤੇ ਕਾਬਜ਼ ਨਹੀਂ ਹੋਏ ਲੋਕ ਜਿਹੜੇ ਕਿ ਭੋਜਨ ਨੂੰ ਬਿਲਕੁਲ ਖਰਾਬ ਕਰਦੇ ਨੇ। ਤਾਂ ਉਹ ਭੋਜਨ ਤੋਂ ਸ਼ੁਰੂ ਕਰਦੇ ਹਾਂ ਅਸੀਂ। ਫਿਰ ਭੋਜਨ ਦੇ ਨਾਲ ਫਿਰ ਅਸੀਂ ਦਵਾ ਪੌਦਿਆਂ ਦੀ ਗੱਲ ਕਰਦੇ ਹਾਂ, ਦਵਾ ਪੌਦਿਆਂ ਦੇ ਨਾਲ ਫਿਰ ਫਿਜ਼ੀਕਲ ਕੰਮ ਦੀ ਗੱਲ ਕਰਦੇ ਹਾਂ, ਫਿਜ਼ੀਕਲ ਕੰਮ ਦੇ ਨਾਲ ਫਿਰ ਮਾਨਸਿਕ ਸਿਹਤ ਦੀ ਗੱਲ ਕਰਦੇ ਹਾਂ, ਖੁਸ਼ੀ ਦੀ ਗੱਲ ਕਰਦੇ ਹਾਂ, ਕੋਈ ਹੈਪੀਨੈਸ ਪ੍ਰੋਟੋਕੋਲ ਦੀ ਗੱਲ ਕਰਦੇ ਹਾਂ। ਸੋ ਇੱਦਾਂ ਉੱਥੋਂ ਸ਼ੁਰੂ ਕਰਦੇ ਹਾਂ ਤਾਂ ਕਿ ਫੌਰੀ ਤੌਰ 'ਤੇ ਉਹਦਾ ਰਿਜ਼ਲਟ ਦਿਖੇ, ਔਰ ਉਹ ਰਿਜ਼ਲਟ ਦਿਖਦਾ ਫਿਰ ਅਸੀਂ ਨਾਲੇ ਵੀ ਗੱਲ ਕਰਦੇ ਹਾਂ ਕਿ ਆਪਣੇ ਆਲੇ ਦੁਆਲੇ ਪੌਦੇ ਲਾਓ, ਘਰਾਂ ਦੇ ਅੰਦਰ ਕਿਚਨ ਗਾਰਡਨ ਲਾਓ, ਜਿਹੜਾ ਉਹਦੇ 'ਚ ਫਲਾਂ ਦੇ ਦਰਖਤ ਲਾਓ। ਅੱਜ ਹੁਣ ਅਸੀਂ ਫੋਰੈਸਟ ਜਿਹੜੀ ਫਰੂਟ ਫੋਰੈਸਟ ਦੀ ਗੱਲ ਕਰਨ ਲੱਗੇ ਕਿ ਤੁਸੀਂ ਜੇ ਈਵਨ ਇੱਕ ਕਨਾਲ ਦਾ ਫਰੂਟ ਫੋਰੈਸਟ ਲਾ ਲਓ ਤਾਂ ਇੱਕ ਪਰਿਵਾਰ ਨੂੰ ਸਾਰਾ ਸਾਲ ਫਲ ਖਵਾ ਸਕਦਾ, ਸਾਰਾ ਸਾਲ ਖੁੱਲ੍ਹੇ। ਈਵਨ ਤੁਸੀਂ ਗੁਆਂਢੀਆਂ ਨੂੰ ਵੰਡ ਸਕਦੇ ਹੋ। ਸੋ ਇੱਕ ਕਨਾਲ ਜ਼ਮੀਨ ਜਿਹਦੇ ਕੋਲ ਹੈਗੀ ਹੈ 500 ਗਜ ਕੀ ਕੋਈ ਖਾਸ ਗੱਲ ਨਹੀਂ ਹੁੰਦੀ, ਤਾਂ ਉਹ ਜਿਹੜਾ ਉਹ ਆਪਣੇ ਆਂਢੀ ਗੁਆਂਢੀ ਨੂੰ ਵੀ ਫਲ ਖਵਾ ਸਕਦਾ। ਫਿਰ ਤੁਸੀਂ ਜੇ ਘਰਾਂ ਦੇ ਅੰਦਰ ਜਿਹੜਾ ਉਹ ਕਰਦੇ, ਇੱਥੋਂ ਸ਼ੁਰੂ ਕਰਕੇ ਫਿਰ ਵੱਡੀ ਬਹਿਸ ਸੰਵਾਦ ਸ਼ੁਰੂ ਹੋ ਜਾਂਦਾ ਕਿ ਫਿਰ ਪਿੰਡ 'ਚ ਕਿਵੇਂ ਕਰੀਏ, ਪਿੰਡ 'ਚ ਫਿਰ ਤਰਵੈਣੀਆਂ ਲਵਾਈਏ, ਫਿਰ ਪਿੰਡ 'ਚ ਦਰਖਤ ਲਵਾਈਏ, ਜਿੱਥੇ ਕੋਈ ਖਾਲੀ ਥਾਂ ਮਿਲਦੀ ਹੈ ਉੱਥੇ ਲਾ ਦਿਓ ਕੁਛ ਨਾ ਕੁਛ। ਜਿੱਥੇ ਕਿਤੇ ਛੋਟੀ ਥਾਂ ਉੱਥੇ ਮੂਲੀਆਂ ਲਾ ਦਿਓ, ਗਾਜਰਾਂ ਲਾ ਦਿਓ, ਪੱਤੇਦਾਰ ਸਬਜ਼ੀਆਂ ਲਾ ਦਿਓ। ਜਿੱਥੇ ਹੋਰ ਵੱਡੀ ਥਾਂ ਉੱਥੇ ਕੋਈ ਫਲ ਦਾ ਬੂਟਾ ਲਾ ਦਿਓ, ਜਿੱਥੇ ਬਾਹਲੀ ਵੱਡੀ ਥਾਂ ਉੱਥੇ ਵੱਡਾ ਦਰਖਤ ਲਾ ਦਿਓ। ਤਾਂ ਇੱਕ ਸਮਾਜ ਦੇ ਅੰਦਰ ਇਹ ਮੂਵਮੈਂਟ ਬਣੇ ਜਿਹੜੀ ਕਿ ਬਣ ਰਹੀ ਹੈ। ਖੁਸ਼ਕਿਸਮਤ ਅਸੀਂ ਕਿ ਸਾਡੇ ਕੋਲ ਉਹ ਜਿਹੜੀ ਧਰੋਹਰ ਪਈ ਹੈ, ਸਾਡੇ ਕੋਲ ਉਹ ਸੱਭਿਅਤਾ ਪਈ ਹੈ। ਦੇਖੋ ਗੁਰਬਾਣੀ ਦੇ ਅੰਦਰ ਜੋ ਸਾਰਾ ਕੁਛ ਬਹੁਤ ਹੀ ਪਿਆਰੀ ਢੰਗ ਨਾਲ ਅੰਕਿਤ ਹੈ। ਤਾਂ ਉੱਥੋਂ ਸਾਡਾ ਇੰਸਪੀਰੇਸ਼ਨ, ਸਾਡਾ ਜਿਹੜਾ ਮਤਲਬ ਸਰੋਤ ਹੈ, ਸਾਡਾ ਲੀਡਰ ਬਣਨ ਦਾ, ਜਿਹੜਾ ਸਾਡਾ ਲੀਡ ਕਰਨ ਦਾ ਜਿਹੜਾ ਮਾਦਾ ਰੱਖਦਾ ਸਾਡੇ ਗੁਰੂ ਸਾਹਿਬ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਤਾਂ ਉਹ ਸਾਡੇ ਕੋਲ ਪਿਆ, ਜਿਹੜਾ ਕਿ ਬਹੁਤ ਰੀਸੈਂਟ ਹੈ। ਹਾਲਾਂਕਿ ਉਸ ਤੋਂ ਪੁਰਾਣੀ ਸੱਭਿਅਤਾ ਵੀ ਸਾਡੀ ਬਿਲਕੁਲ ਉਸੇ ਲਾਈਨ 'ਤੇ ਸੀਗੀ ਜਿਹਦੇ ਵਿੱਚੋਂ ਇਹ ਗੁਰੂ ਸਾਹਿਬਾਨ ਦੀ ਬਾਣੀ ਨਿਕਲੀ। ਤਾਂ ਉਹਨੂੰ ਅਸੀਂ ਅਜੇ ਵੀ ਸਾਡੇ ਦਿਲਾਂ 'ਚ ਵਸਦਾ। ਤਾਂ ਉਹਦੇ ਸਿਰ 'ਤੇ ਜਿਹੜੀ ਜੋ ਕੁਛ ਬਦਲ ਰਿਹਾ, ਅਤੇ ਮੈਨੂੰ ਪੱਕਾ ਯਕੀਨ ਹੈ ਕਿ ਆਪਾਂ 1-2 ਦਹਾਕਿਆਂ 'ਚ ਹੀ ਜਿਹੜਾ ਨਵੇਂ ਕਿਸਮ ਦਾ ਸਮਾਜ ਸਿਰਜਣ ਜਾ ਰਹੇ ਹਾਂ। ਜੇ ਠੀਕ ਹੈ, ਸਮਾਜ ਦੇ ਅੰਦਰ ਇਸ ਵੇਲੇ ਬਹੁਤ ਕੁਛ ਗਲਤ ਹੋ ਰਿਹਾ, ਲੇਕਿਨ ਇਕੱਲਾ ਗਲਤ ਨਹੀਂ ਹੋ ਰਿਹਾ, ਕਿਉਂਕਿ ਅਕਸਰ ਸਾਨੂੰ ਆਦਤ ਹੁੰਦੀ ਹੈ ਕਿ ਅਸੀਂ ਗਲਤ ਨੂੰ ਜ਼ਿਆਦਾ ਦੇਖਦੇ ਹਾਂ, ਪੋਜ਼ੀਟਿਵ ਨੂੰ ਘੱਟ ਦੇਖਦੇ ਹਾਂ। ਅਤੇ ਮੇਰਾ ਖਿਆਲ ਹੈ ਜੇ ਸਾਨੂੰ ਗਲਤ ਘੱਟ ਦੇਖਣਾ ਚਾਹੀਦਾ ਅਤੇ ਪੋਜ਼ੀਟਿਵ ਵੱਧ ਦੇਖਣਾ ਚਾਹੀਦਾ, ਕਿਉਂਕਿ ਪੋਜ਼ੀਟਿਵ ਦੀ ਐਗਜ਼ਾਮਪਲ ਬਣਦੀ ਹੈ। ਨੈਗੇਟਿਵ ਦੇਖੇ ਤਾਂ ਤੁਸੀਂ ਵੱਧ ਤੋਂ ਨੁਕਤਾਚੀਨੀ ਕਰੋਗੇ ਨਾ, ਕਿਸੇ ਨੂੰ ਮਾੜਾ ਕਹੋਗੇ, ਉਹਦੇ ਨਾਲ ਕੁਛ ਚੰਗਾ ਨਹੀਂ ਹੋਣ ਲੱਗਿਆ। ਇਹ ਹੋ ਸਕਦਾ ਕੋਈ ਸੁਣ ਕੇ ਬੰਦਾ ਕੋਈ ਇਸ ਸਿੱਖਿਆ ਲੈ ਲਵੇ ਵੀ ਮੈਂ ਮਾੜਾ ਨਾ ਕਰਾਂ, ਪਰ ਜੇ ਚੰਗੇ ਦੇ ਤੁਸੀਂ ਐਗਜ਼ਾਮਪਲ ਸੈੱਟ ਕਰੋਗੇ ਵੀ ਆਹ ਇੱਦਾਂ ਕਰਨਾ, ਤਾਂ ਫਿਰ ਉਹਨੂੰ 10 ਬੰਦੇ ਦੇਖਣ ਵਾਲੇ ਹੋਰ ਫੋਲੋ ਕਰਨਗੇ। ਇਸ ਕਰਕੇ ਆਪਾਂ ਨੂੰ ਜਿਹੜੀ ਅਸਲ ਵਿੱਚ ਉੱਧਰ ਦੇਖਣਾ ਚਾਹੀਦਾ, ਜੋ ਚੰਗਾ ਵਾਪਰ ਰਿਹਾ ਉਹ ਚੰਗਾ ਕੀ ਵਾਪਰ ਰਿਹਾ ਕਿ ਲੋਕ ਇਸ ਵੇਲੇ ਕੈਮੀਕਲ ਖੇਤੀ ਤੋਂ ਤੌਬਾ ਕਰ ਰਹੇ ਆ, ਚੇਤਨ ਹੋ ਰਹੇ ਆ ਕਿ ਖੇਤੀ ਦੇ ਅੰਦਰ ਜਿਹੜਾ ਕੈਮੀਕਲ ਦਾ ਵਰਤਾਰਾ ਉਹਨੂੰ ਬੰਦ ਕਰੀਏ। ਆਪਾਂ ਕੈਮੀਕਲ ਦਾ ਵਰਤਾਰਾ ਜੇ ਅਗਰ ਅਸੀਂ ਬਹੁਤ ਜ਼ਿਆਦਾ ਰੱਖਾਂਗੇ ਤਾਂ ਭੋਜਨ ਖੇਤੀ 'ਚ ਜ਼ਹਿਰ ਪਾਉਣੇ, ਦੱਸੋ ਇੱਕ ਮਤਲਬ ਬਹੁਤ ਹੀ ਜਿਹਨੂੰ ਕਹਿੰਦੇ ਹਰ ਦਰਜੇ ਦੀ ਨਲਾਇਕੀ ਹੈ ਵੀ ਆਪਣੇ ਖਾਣੇ 'ਚ ਤੁਸੀਂ ਜ਼ਹਿਰ ਪਾ ਰਹੇ ਹੋ ਅਤੇ ਫਿਰ ਖਾ ਰਹੇ ਹੋ, ਉਹਨੂੰ ਕਹਿ ਰਹੇ ਹੋ ਵਿਕਾਸ ਹੈ। ਤੁਸੀਂ ਘੱਟ ਖਾ ਲਓ, ਕਿੰਨਾ ਕੁ ਚਾਹੀਦਾ ਹੁੰਦਾ, ਥੋੜ੍ਹਾ ਚਾਹੀਦਾ ਹੁੰਦਾ ਬੰਦੇ ਨੂੰ। ਤਾਂ ਆਪਾਂ ਉਹ ਕਿਚਨ ਗਾਰਡਨ ਦਾ ਰੁਝਾਨ ਵੱਧ ਰਿਹਾ, ਲੋਕ ਘਰਾਂ 'ਚ ਲਾ ਰਹੇ ਆ, ਕੁਛ ਨਾ ਕੁਛ ਲਾ ਰਹੇ ਆ। ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਦਾਂ ਦਾ ਖਾਓ, ਉਹਦੀ ਗੱਲ ਸੁਣੀ ਜਾ ਰਹੀ ਹੈ। ਜਿਹੜਾ ਐਲੋਪੈਥਿਕ ਸਿਸਟਮ ਦੇ ਸੀਗੇ ਦਵਾਈਆਂ ਨਾਲ ਇਲਾਜ ਕਰਨਾ, ਉਹਦੀ ਗੱਲ ਜਿਹੜੀ ਆ ਉੱਥੋਂ ਲੋਕ ਅੱਕ ਗਏ। ਹੁਣ ਪਹਿਲਾਂ ਤਾਂ ਇੱਕ ਵਾਰੀ ਲੋਕਾਂ ਨੂੰ ਝੂਠੀ ਆਸ ਜੀ ਬਣੀ ਸੀ ਵੀ ਸ਼ਾਇਦ ਅਸੀਂ ਦਵਾਈਆਂ ਖਾ ਕੇ ਠੀਕ ਹੋ ਜਾਵਾਂਗੇ, ਉਹ ਹੁਣ ਅੱਕ ਗਏ ਲੋਕ, ਅਤੇ ਹੁਣ ਲੋਕ ਦਵਾਈਆਂ ਛੱਡਣ ਵਾਲੇ ਰਾਹ ਪੈ ਰਹੇ ਆ। ਤਾਂ ਫਿਰ ਦਰਖਤ ਲਾਉਣ ਦੀ ਜਿਹੜੀ ਮੁਹਿੰਮ ਆਪਾਂ ਸ਼ੁਰੂ ਹੈ, ਪਾਣੀ ਦੇ ਦਰਿਆਵਾਂ ਦੇ ਪਲੀਤ ਕਰਨ ਦੇ ਦਰਿਆਵਾਂ ਦੇ ਖਿਲਾਫ ਮੂਵਮੈਂਟ ਉੱਠ ਰਹੀ ਹੈ ਕਿ ਤੁਸੀਂ ਕੌਣ ਹੁੰਦੇ ਸਾਡੇ ਦਰਿਆਵਾਂ ਨੂੰ ਪਲੀਤ ਕਰਨ ਵਾਲੇ, ਹਵਾ ਦੀ ਪੋਲਿਊਸ਼ਨ ਦੇ ਖਿਲਾਫ ਜਿਹੜੀ ਮੂਵਮੈਂਟ ਉੱਠ ਰਹੀ ਹੈ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਹੋ ਰਿਹਾ, ਜਿਹੜਾ ਉਹ ਇਹੀ ਹੋ ਰਿਹਾ ਜਿਹੜੀ ਸਾਡੇ ਐਪੀਜੈਨੈਟਿਕਸ ਹੈ ਉਹ ਇੰਪਰੂਵ ਕਰੇ। ਸਾਡੇ ਜੀਨਾਂ ਦੇ ਆਲੇ ਦੁਆਲੇ ਜਿਹੜੇ ਕੈਮੀਕਲਸ ਨੇ, ਗੁੱਡ ਕੈਮੀਕਲਸ ਹੋਣ,
ਉਹ ਗੁੱਡ ਕੈਮੀਕਲ ਤਾਂ ਇੱਥੋਂ ਹੀ ਆਉਣੇ ਆ। ਜਦੋਂ ਸਾਡੀ ਹਵਾ ਸਾਫ਼ ਹੋਏਗੀ, ਪਾਣੀ ਸਾਫ਼ ਹੋਏਗਾ, ਭੋਜਨ ਸ਼ੁੱਧ ਹੋਏਗਾ, ਅਸੀਂ ਵਧੀਆ ਢੰਗ ਨਾਲ ਵਰਜਿਸ਼ਾਂ ਕਰਾਂਗੇ, ਸਖਤ ਕੰਮ ਕਰਾਂਗੇ, ਉਹ ਖੁਸ਼ ਰਹਾਂਗੇ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਗੁੱਡ ਐਪੀਜੈਨੇਟਿਕਸ ਪ੍ਰੋਡਿਊਸ ਕਰਨ ਵਾਸਤੇ ਹੋ ਰਿਹਾ। ਡਾਕਟਰ ਸਾਹਿਬ, ਇਹ ਗੱਲਾਂ ਆਪਾਂ ਨੇ ਉੱਧਰ ਉਸ ਇਲਾਕਿਆਂ ਵਾਸਤੇ ਕੀਤੀਆਂ ਨੇ ਜਿੱਥੇ ਕਿਤੇ 1 ਜਾਂ 2 ਜਾਂ 3 ਬੰਦਿਆਂ ਨੂੰ ਹੋ ਗਈ ਪ੍ਰੋਬਲਮ, ਅਤੇ ਉੱਥੇ ਉਹ ਬੰਦੇ ਖਾਣਾ ਪੀਣਾ ਬਦਲ ਕੇ ਉਹ ਆਪਣਾ ਉਹ ਕਰ ਸਕਦਾ, ਕਿਉਂਕਿ ਆਲੇ ਦੁਆਲੇ ਬਹੁਤਾ ਜ਼ਿਆਦਾ ਨਹੀਂ ਖਰਾਬੀ ਹੈਗੀ। ਲੇਕਿਨ ਹੁਣ ਆਈਏ ਆਪਾਂ ਉਹਨਾਂ ਇਲਾਕਿਆਂ ਵੱਲ, ਜਿਵੇਂ ਘੱਗਰ ਦੀ ਬੈਲਟ ਹੈਗੀ ਹੈ, ਜਿਵੇਂ ਬਹੁਤ ਸਾਰੇ ਇਲਾਕੇ ਇਹੋ ਜਿਹੇ ਹੈਗੇ ਨੇ ਜਿੱਥੇ ਕੈਮੀਕਲ ਜਿਹੜੀਆਂ ਫੈਕਟਰੀਆਂ ਬਹੁਤ ਸਿੱਟ ਰਹੇ ਨੇ। ਉੱਥੇ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਕੈਂਸਰ ਫੈਲਿਆ ਹੋਇਆ, ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਨੇ। ਹੁਣ ਉੱਥੇ ਸਿਰਫ ਕੀ ਇੱਕ ਭੋਜਨ ਬਦਲਣ ਦੇ ਨਾਲ ਸਾਰਾ ਕੁਝ ਹੋ ਜਾਏਗਾ ਠੀਕ? ਇਹ ਇੱਕ ਵੱਡਾ ਡਾਊਟ ਖੜਾ ਹੋਇਆ ਹੋਇਆ, ਕਿਉਂਕਿ ਉਹਦੇ ਵਾਤਾਵਰਨ ਦੇ ਵਿੱਚ, ਉਹਦੇ ਪਾਣੀ ਦੇ ਵਿੱਚ, ਉਹਦੇ ਸਾਹ ਜਿਹੜਾ ਲੈ ਰਿਹਾ ਉਹਦੇ ਵਿੱਚ ਵੀ ਕੈਮੀਕਲ ਆ ਰਹੇ ਨੇ। ਅਜਿਹੇ ਵਿੱਚ ਕੀ ਕਰਨਾ ਪਏਗਾ? ਬਿਲਕੁਲ ਸਹੀ ਕਿਹਾ ਤੁਸੀਂ ਕਿ ਜਿਵੇਂ ਘੱਗਰ ਵਾਲੀ ਬੈਲਟ ਇੱਕ ਐਗਜ਼ਾਮਪਲ ਹੈ, ਅਬੋਹਰ ਫਾਜ਼ਿਲਕਾ ਵਾਲੀ ਜਿਹੜੀ ਬੈਲਟ ਹੈ ਉਹ ਦੂਜੀ ਐਗਜ਼ਾਮਪਲ ਹੈ ਕਿ ਜਿੱਥੇ ਜਿਹੜਾ ਪ੍ਰਦੂਸ਼ਣ ਹੈ ਉਹ ਅੱਤ 'ਤੇ ਹੋ ਚੁੱਕਿਆ, ਅੱਤ ਹੈ। ਤੁਸੀਂ ਬਿਲਕੁਲ ਸਹੀ ਕਿਹਾ ਕਿ ਜੇ ਇਹਨਾਂ ਇਲਾਕਿਆਂ 'ਚ ਪਹਿਲੀ ਗੱਲ ਤਾਂ ਗੁੱਡ ਭੋਜਨ ਪ੍ਰੋਡਿਊਸ ਹੀ ਨਹੀਂ ਹੁੰਦਾ, ਉਹ ਪ੍ਰੋਡਿਊਸ ਕਰਨਾ ਹੀ ਬੜਾ ਔਖਾ ਹੈ। ਹੁਣ ਤੁਸੀਂ ਅਬੋਹਰ ਫਾਜ਼ਿਲਕਾ 'ਚ ਸਬਜ਼ੀਆਂ ਲਾਉਣਾ ਚਾਹੋਗੇ ਤਾਂ ਕਿਵੇਂ ਲਾਓਗੇ? ਜਿੱਥੇ ਕਿਤੇ ਨਹਿਰੀ ਪਾਣੀ ਮਿਲਦਾ ਉੱਥੇ ਲੱਗ ਜਾਏਗੀ, ਜਿੱਥੇ ਨਹਿਰੀ ਪਾਣੀ ਨਹੀਂ ਮਿਲਦਾ ਨਹੀਂ ਲੱਗਦੀ। ਉੱਥੇ ਕੀ ਘੱਗਰ ਵਾਲੀ ਬੈਲਟ ਸਾਰੀ ਘਨੌਰ ਵਾਲੀ ਬੈਲਟ ਹੈ, ਇਹਦਾ ਵੀ ਇਹੀ ਹਾਲ ਹੈ, ਸਬਜ਼ੀ ਹੁੰਦੀ ਹੋਈ ਨਹੀਂ ਥੱਲੇ ਪਾਣੀ 'ਤੇ। ਸੋ ਇਸ ਕਰਕੇ ਜਿਹੜੀ ਇਹ ਅੱਤ ਹੋ ਚੁੱਕੀ ਹੈ, ਜਦੋਂ ਆਪਾਂ ਇਹ ਗੱਲ ਕਰਾਂਗੇ ਤਾਂ ਕੁਦਰਤੀ ਗੱਲ ਸੰਵਾਦ ਸ਼ੁਰੂ ਹੋਏਗਾ ਸਮਾਜ ਦੇ ਵਿੱਚ ਕਿ ਹੁਣ ਇਹਨਾਂ ਜ਼ਹਿਰਾਂ ਦਾ ਕੀ ਕਰੀਏ। ਫਿਰ ਉਹ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਵੱਡੇ ਪੱਧਰ 'ਤੇ ਹੋ ਚੁੱਕੀਆਂ ਨੇ, ਉੱਡਾ ਹੀ ਵੱਡਾ ਹੱਲ ਚਾਹੁੰਦੀਆਂ ਨੇ। ਕੀ ਇਲਾਕਿਆਂ ਉੱਥੋਂ ਪਲਾਇਨ ਹੋਏਗਾ? ਉਹਨਾਂ ਇਲਾਕਿਆਂ ਨੂੰ ਲੋਕੀ ਛੱਡ ਕੇ ਜਾਣਾ ਪਏਗਾ? ਬਿਲਕੁਲ ਪਲਾਇਨ ਨਹੀਂ ਹੋਏਗਾ। ਕੁਦਰਤ ਦੇ ਅੰਦਰ ਸੈਲਫ ਕਲੀਨਿੰਗ ਬਹੁਤ ਪਿਆਰੀ ਹੈ। ਕੁਦਰਤ ਆਪਣੇ ਨੂੰ ਬਹੁਤ ਕੁਇਕਲੀ ਕਲੀਨ ਕਰ ਲੈਂਦੀ ਹੈ, ਇਸ ਕਰਕੇ ਉਹਦੀ ਪਲਾਨ ਦੀ ਕੋਈ ਲੋੜ ਨਹੀਂ ਹੈ, ਸਿਰਫ ਚੇਤਨ ਹੋਣ ਦੀ ਲੋੜ ਹੈ। ਮੈਂ ਤੁਹਾਨੂੰ ਅਬੋਹਰ ਫਾਜ਼ਿਲਕਾ ਦੇ ਜਿਹੜੀ ਪਹਿਲਾਂ ਵੀ ਆਪਾਂ ਇੱਕ ਵਾਰੀ ਉਦਾਹਰਨ ਕੋਟ ਕੀਤੀ ਹੈ, ਉੱਥੇ ਜਿਹੜਾ ਜਿਆਨੀ ਫਾਰਮ ਹੈ, ਨੇਚਰਲ ਫਾਰਮਸ ਹੈ, 150 ਏਕੜ ਦਾ ਫਾਰਮ ਹੈ। ਉਹ ਪੂਰਾ ਆਲੇ ਦੁਆਲੇ ਸਭ ਕੈਮੀਕਲ ਦਾ ਵਰਤਾਰਾ ਹੈ, ਗੰਦਾ ਪਾਣੀ ਹੈ ਬਹੁਤ ਜ਼ਿਆਦਾ। ਲੇਕਿਨ ਉਸ 150 ਏਕੜ ਦੇ ਅੰਦਰ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਸੀਂ ਪਾਉਂਦੇ ਕਿ ਦੁਨੀਆ ਵੱਖਰੀ ਇੱਥੇ, ਤਾਂ ਉੱਥੇ ਅੰਦਰ ਸਭ ਕੁਝ ਪੈਦਾ ਹੋ ਰਿਹਾ, ਉਹ ਥੱਲੜੇ ਪਾਣੀ ਨਾਲ ਵੀ ਹੋ ਰਿਹਾ। ਔਰ ਮੈਂ ਸਾਰੇ ਸਵੇਰੇ ਪੂਰਾ ਸਵਾਲ ਵੀ ਪੁੱਛਿਆ, ਮੈਂ ਤੁਹਾਨੂੰ ਲੈ ਕੇ ਚੱਲੂਗਾ ਕਿਸੇ ਦਿਨ, ਆਪਾਂ ਉੱਥੇ ਬਹੁਤ ਪਿਆਰੀ ਵੀਡੀਓ ਬਣ ਸਕਦੀ ਹੈ ਇੱਕ। ਹਾਂ, ਬਹੁਤ ਪਿਆਰਾ ਇੱਕ ਉਹ ਬਹੁਤ ਪਿਆਰੀ ਉਦਾਹਰਨ ਹੈ ਕਿ ਤੁਸੀਂ ਕਿਵੇਂ ਇੱਕ ਜਿਹੜੇ ਪੋਲੂਟਡ ਬੈਲਟ ਦੇ ਅੰਦਰ ਬੈਠੇ ਹੋਏ ਵੀ 150 ਏਕੜ ਦਾ ਇੱਕ ਸਵਰਗ ਖੜਾ ਕਰ ਸਕਦੇ ਹੋ, ਜਿਹਦੇ ਅੰਦਰ ਤੁਸੀਂ ਆਰਗੈਨਿਕ ਫਾਰਮਿੰਗ ਵੀ ਕਰ ਰਹੇ ਹੋ, ਤੁਹਾਡਾ ਥੱਲੜਾ ਪਾਣੀ ਵੀ ਠੀਕ ਹੋ ਗਿਆ ਹੋਇਆ, ਔਰ ਉਹ ਕੋਈ ਚਿੰਤਾ ਦੀ ਗੱਲ ਨਹੀਂ ਹੈ। ਉੱਥੇ ਸਭ ਖਾਣੇ ਵਧੀਆ ਪੈਦਾ ਹੋ ਰਹੇ ਹੈ, ਜੀਵ ਜੰਤੂ ਵੀ ਵਧੀਆ ਨੇ, ਹਰ ਚੀਜ਼ ਸੱਪ ਸਪੋਲੀਏ ਡੱਡੂ ਮੱਛੀਆਂ ਸਭ ਉੱਥੇ ਪਲ ਰਹੇ ਹੈ ਵਧੀਆ। ਤਾਂ ਉਹ ਕਿਤੇ ਨਾ ਕਿਤੇ ਕੁਦਰਤ ਕੁਲਵੰਤ ਜੀ ਐਡੀ ਗ੍ਰੇਟ ਹੈ ਕਿ ਉਹ ਜਦੋਂ ਬੱਚੇ ਉਹਦੇ ਪਿੱਠ ਮੋੜ ਕੇ ਖੜ੍ਹ ਜਾਣ ਤਾਂ ਅੱਡ ਗੱਲ ਹੈ। ਜਦੋਂ ਬੱਚਾ ਪਿੱਠ ਆਪਣੀ ਘੁਮਾ ਕੇ ਮੂੰਹ ਕਰ ਲੈਂਦਾ ਉੱਧਰ ਨੂੰ, ਗੁਰਮੁਖ ਤਾਂ ਹੀ ਆਪਾਂ ਲਫ਼ਜ਼ ਜਿਹੜਾ ਵਰਤਦੇ ਨਾ, ਹਾਂ, ਤਾਂ ਤੁਸੀਂ ਜਦੋਂ ਮੁੱਖ ਕੁਦਰਤ ਵੱਲ ਕਰ ਲੈਂਦੇ ਹੋ, ਪਰਮਾਤਮਾ ਵੱਲ ਕਰ ਲੈਂਦੇ ਹੋ, ਤਾਂ ਪਰਮਾਤਮਾ ਇੰਨਾ ਗ੍ਰੇਟ ਹੈ ਕਿ ਤੁਹਾਨੂੰ ਮੁੱਖ ਕਰਦਿਆਂ ਹੀ ਉਹ ਤੁਹਾਡਾ ਸਾਰਾ ਕੁਝ ਕਰਨ ਲੱਗ ਜਾਂਦਾ ਆਪ ਹੀ। ਤਾਂ ਇਸ ਕਰਕੇ ਕੁਦਰਤ ਇੰਨੀ ਗ੍ਰੇਟ ਹੈ ਕਿ ਜੇ ਤੁਸੀਂ ਮਾੜਾ ਜਿਹਾ ਠੀਕ ਕਰੋ ਆਪਣੇ ਆਪ ਨੂੰ, ਆਪਣੀ ਚੇਤਨਾ ਨੂੰ, ਤਾਂ ਨਾਲ ਦੀ ਨਾਲ ਹੀ ਸੁਧਾਰ ਸ਼ੁਰੂ ਹੋ ਜਾਂਦਾ। ਔਰ ਅਜੇ ਵੀ ਅਸੀਂ ਖੁਸ਼ਕਿਸਮਤ ਹਾਂ ਪੰਜਾਬ ਦੇ ਵਿੱਚ ਕਿ ਇੰਨੀ ਅੱਤ ਹੋਣ ਦੇ ਬਾਵਜੂਦ 3 ਸਾਲ 4 ਸਾਲ 5 ਸਾਲ ਹੱਦ ਦੇ ਵਿੱਚ ਉਹ ਪੂਰੀ ਦੀ ਪੂਰੀ, ਜਿੱਥੇ ਅਸੀਂ ਇਹ ਗੱਲ ਆਰਗੈਨਿਕ ਫਾਰਮਿੰਗ ਸ਼ੁਰੂ ਕਰਵਾਈ, ਤਾਂ ਸਾਰੇ ਦੀ ਸਾਰੀ ਜਿਹੜੀ ਇਕੋਲੋਜੀ ਹੈ, ਸਾਰਾ ਸੰਤੁਲਨ ਹੈ, ਉਹ ਫਿਰ ਬਹਾਲ ਹੋ ਜਾਂਦਾ। ਅਤੇ ਇਸ ਕਰਕੇ ਆਪਾਂ ਇਹ ਚਿੰਤਾ ਨਾ ਕਰੀਏ, ਪਲਾਨ ਦੀ ਲੋੜ ਨਹੀਂ ਹੈ, ਨਾ ਪਲਾਨ ਕਰਨਾ ਚਾਹੀਦਾ, ਕਿਉਂਕਿ ਇਹ ਪਲਾਨ ਇਹ ਅਸਲ ਵਿੱਚ ਇੱਥੇ ਆਪਾਂ ਨੂੰ ਇਹ ਵੀ ਇੱਕ ਰੈਫਰੈਂਸ ਦੇਣੀ ਬੇਹੱਦ ਜ਼ਰੂਰੀ ਆ ਕਿ ਇਹ ਜਿਹੜਾ ਵਾਤਾਵਰਨ ਖਰਾਬ ਹੋ ਰਿਹਾ, ਇਹ ਕੋਈ ਜਸਟ ਬਾਈ ਚਾਂਸ ਨਹੀਂ ਹੋ ਰਿਹਾ, ਇਹ ਜਾਣ ਬੁੱਝ ਕੇ ਛੁੱਟੀ ਦਿੱਤੀ ਜਾ ਰਹੀ ਹੈ ਵਾਤਾਵਰਨ ਖਰਾਬ ਹੋਣ ਦੀ, ਕਿਉਂਕਿ ਇਹ ਸਿਰਜਣ ਦੇ ਉੱਪਰ ਕਬਜ਼ਾ ਕਰਨਾ ਚਾਹ ਰਹੇ ਕੁਝ ਲੋਕ। ਤਾਂ ਕਿ ਮਤਲਬ 2-3 ਸਾਲ ਬਾਅਦ ਜਦੋਂ ਸਾਰੇ ਚਲੇ ਜਾਣ ਤੇ ਅਸੀਂ ਉਸ ਨੂੰ ਉਸ ਆਪਾਂ ਆਪ ਸੁਧਾਰ ਲਈਏ, ਚਲੇ ਜਾਣ, ਮਰ ਜਾਣ, ਬਿਮਾਰ ਹੋ ਕੇ ਖਤਮ ਹੋ ਜਾਣ, ਜਾਂ ਲੜਨ ਜੋਗੇ ਨਾ ਰਹਿਣ, ਤਾਂ ਤੁਸੀਂ ਉਹਦਾ ਕੁਲਵੰਤ ਜੀ ਯਾਦ ਰੱਖੀਏ, ਆਪਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰੇ ਆਕੂਪਾਈਡ ਕੰਟਰੀਜ਼ ਨੇ। ਆਕੂਪਾਈਡ ਕੰਟਰੀਜ਼ ਨੇ, ਉੱਥੋਂ ਦੀ ਲੋਕਲ ਪਾਪੂਲੇਸ਼ਨ ਨੂੰ ਮਾਰ ਦਿੱਤਾ ਗਿਆ, ਦੌੜਾ ਦਿੱਤਾ ਗਿਆ, ਜਾਂ ਕਿਸੇ ਖੁੰਝੇ ਲੈਣ ਲਾ ਕੇ ਰੱਖਿਆ ਹੋਇਆ, ਔਰ ਬਾਹਰਲੇ ਬੰਦੇ ਨੇ ਆ ਕੇ ਕਬਜ਼ਾ ਕਰਕੇ ਅੱਜ ਉਹ ਜਿਹੜੇ ਸੋ ਕਾਲਡ ਦੁਨੀਆ ਦੇ ਅੰਦਰ ਸਾਡੇ ਲਈ ਆਈਡੀਅਲ ਸਮਾਜ ਬਣ ਕੇ ਬੈਠੇ ਆ, ਉਹ ਸਾਰੇ
ਉਹ ਲੋਕਲ ਆਬਾਦੀ ਨਹੀਂ ਹੈਗੀ, ਉਹ ਕਬਜ਼ਾ ਕੀਤੇ ਹੋਏ ਦੇਸ਼ ਨੇ ਉਹ। ਤੋ ਇਸ ਕਰਕੇ ਇੱਥੇ ਇਹ ਔਰ ਇਹ ਜਿਹੜਾ ਬੈਲਟ ਹੈ ਗੰਗਾ ਦਾ ਮੈਦਾਨ ਇੰਜਨ ਜਨਰਲ ਅਤੇ ਪੰਜਾਬ ਹਰਿਆਣੇ ਵਾਲੀ ਬੈਲਟ ਖਾਸ ਕਰਕੇ, ਇਹਦੇ ਉੱਪਰ ਬਹੁਤ ਜਿਹੜੇ ਇਹੋ ਜਿਹੇ ਲੋਕਾਂ ਦੀ ਜਿਨ੍ਹਾਂ ਕੋਲ ਪੈਸਾ ਇਕੱਠਾ ਹੋ ਗਿਆ, ਉਹਨਾਂ ਦੀ ਇਹਦੇ ਉੱਪਰ ਬਹੁਤ ਗੰਦੀ ਨਜ਼ਰ ਹੈ ਅਤੇ ਉਹਦੇ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਉਸ ਕਬਜ਼ੇ ਦੇ ਤਹਿਤ ਹੀ ਇਹ ਸਾਰੇ ਕੁਛ ਨੂੰ ਖਰਾਬ ਹੋਣ ਦਿੱਤਾ ਜਾ ਰਿਹਾ, ਕਿਉਂਕਿ ਜਿਹੜੀਆਂ ਕੁਦਰਤੀ ਸਾਧਨ ਹੁੰਦੇ ਆ ਜਿਨ੍ਹਾਂ ਨੇ ਐਪੀਜੈਨੇਟਿਕਸ ਬਚਾਉਣੀ ਹੁੰਦੀ ਹੈ, ਕੌਣ ਬਚਾਉਂਦਾ? ਕੁਦਰਤੀ ਸਰੋਤ ਜਿਹੜੇ ਨੇ ਅਗਰ ਸ਼ੁੱਧ ਹੋਣਗੇ ਤਾਂ ਤੁਹਾਡੀ ਐਪੀਜੈਨੇਟਿਕਸ ਵਧੀਆ ਹੋਏਗੀ। ਸੋ ਕੁਦਰਤੀ ਸਰੋਤਾਂ ਨੂੰ ਖਰਾਬ ਕਰਦੇ ਹੋ, ਤੁਹਾਡੇ ਐਪੀਜੈਨੇਟਿਕਸ ਦੇ ਜੀਨ ਆਪੇ ਖਰਾਬ ਹੋ ਜਾਣਗੇ। ਸੋ ਇਹ ਤੁਸੀਂ ਦੇਖੋ ਡਾਇਰੈਕਟ ਕਿੱਥੇ ਗੱਲ ਜੁੜਦੀ ਹੈ। ਮਤਲਬ ਇਹ ਇੱਕ ਚਾਲ ਹੈ, ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਬਿਲਕੁਲ ਬਹੁਤ ਲੰਬੇ ਸਮੇਂ ਦੀ ਸਾਜ਼ਿਸ਼ ਹੈ, ਬੜੇ ਸਾਲਾਂ ਤੋਂ ਚੱਲ ਰਹੀ ਹੈ। ਅੰਗਰੇਜ਼ਾਂ ਦੇ ਵੇਲੇ ਤੋਂ ਸ਼ੁਰੂ ਹੋਈ ਸੀ ਇਹ। ਉਸ ਵੇਲੇ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦੀਆਂ ਹਾਲਾਤਾਂ ਵਿੱਚ ਆਜ਼ਾਦੀ ਦੇਣੀ ਪਈ, ਖਾਸ ਤਰ੍ਹਾਂ ਦੀ ਆਜ਼ਾਦੀ ਮਿਲੀ ਸਾਨੂੰ। ਲੇਕਿਨ ਉਹ ਆਜ਼ਾਦੀ ਵੀ ਦੇਖੋ ਜੇ ਤੁਸੀਂ 75 ਸਾਲ ਪਿੱਛੇ ਨਿਗਾਹ ਮਾਰੋ ਤਾਂ ਸਾਡੇ ਪੱਲੇ ਕੀ ਪਿਆ? ਆਮ ਲੋਕਾਂ ਦੇ ਪੱਲੇ ਉਹ ਆਜ਼ਾਦੀ ਨਹੀਂ ਪਈ। ਔਰ ਅੱਜ ਆ ਕੇ ਤਾਂ ਤੁਸੀਂ ਉਹਦਾ ਨੰਗਾ ਚਿੱਟਾ ਤਾਂਡਵ ਨ੍ਰਿਤ ਦੇਖ ਹੀ ਰਹੇ ਹਾਂ ਆਪਾਂ ਕੀ ਹੋ ਰਿਹਾ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਆਪਣੇ ਰੀਜਨ ਦਾ ਜਿਹੜੇ ਜੀਨਸ ਜਿਹੜੇ ਨੇ ਉਹ ਖਰਾਬ ਕੀਤੇ ਜਾ ਰਹੇ ਨੇ, ਆਪਾਂ ਨੂੰ ਬਿਮਾਰ ਕਰਕੇ ਮਾਰਿਆ ਜਾ ਰਿਹਾ। ਵੈਸੇ ਤਾਂ ਪੂਰੀ ਦੁਨੀਆ ਵਿੱਚ ਹੀ ਵਰਤਾਰਾ ਇਹ ਚੱਲਦਾ ਹੈ, ਲੇਕਿਨ ਇਸ ਰੀਜਨ ਦੇ ਵਿੱਚ ਬਹੁਤ ਜ਼ਿਆਦਾ ਹੱਦ 'ਤੇ ਹੈ ਕਿ ਇੱਥੋਂ ਦੀਆਂ ਨੈਚੁਰਲ ਰਿਸੋਰਸਿਸ ਨੂੰ ਖਰਾਬ ਕਰੋ, ਇੱਥੋਂ ਦੀ ਆਬਾਦੀ ਨੂੰ ਬਿਮਾਰ ਕਰੋ, ਇੱਥੋਂ ਦੀ ਆਬਾਦੀ ਨੂੰ ਕਮਜ਼ੋਰ ਕਰੋ, ਇਹਨਾਂ ਦੀ ਲੜਨ ਸ਼ਕਤੀ ਘਟਾਓ। ਕਿਸੇ ਨੂੰ ਤਾਂ ਬਿਮਾਰੀਆਂ ਨਾਲ ਬਿਮਾਰ ਕਰ ਦਿਓ, ਕਿਸੇ ਨੂੰ ਕੈਮੀਕਲ ਫੂਡ ਖਾ ਕੇ ਬਿਮਾਰ ਕਰ ਦਿਓ, ਕਿਸੇ ਨੂੰ ਕਿਸੇ ਜੀਨਸ ਉਹਨਾਂ ਦੇ ਖਰਾਬ ਕਰ ਦਿਓ, ਜਾਂ ਇਹਨੂੰ ਜੇ ਕੋਈ ਚੰਗਾ ਪੜ੍ਹਿਆ ਲਿਖਿਆ ਬੰਦਾ ਬੁੱਧੀਜੀਵੀ ਉਹ ਕੈਨੇਡਾ ਭਜਾ ਦਿਓ, ਕੈਨੇਡਾ ਅਮਰੀਕਾ ਆਸਟ੍ਰੇਲੀਆ ਭਜਾ ਦਿਓ, ਅਤੇ ਇੱਥੇ ਜਿਹੜੇ ਰਹਿ ਜਾਣ ਉਹਨਾਂ ਨੂੰ ਫਿਰ ਦਬਾ ਲਓ ਅਤੇ ਉਹਨਾਂ ਦੇ ਪੈਸੇ ਦੇ ਜ਼ੋਰ ਨਾਲ ਫਿਰ ਉੱਤੇ ਕਬਜ਼ਾ ਕਰ ਲਓ। ਅੱਜ ਕੋਈ ਜ਼ੋਰ ਜ਼ਬਰਦਸਤੀ ਕਰਨ ਵਾਸਤੇ ਫੌਜ ਲਿਆਉਣ ਦੀ ਲੋੜ ਨਹੀਂ ਹੈਗੀ। ਅੱਜ ਬੈਂਕ ਬਹੁਤ ਬੈਠੇ ਆ। ਅੱਜ ਜਿਹੜੀ ਦੁਨੀਆ ਦੀ ਸਭ ਤੋਂ ਸੁਪਰ ਫੌਜ ਆ ਉਹ ਬੈਂਕ ਹੈ। ਬੈਂਕ ਨੇ ਆਪਣੇ ਪੈਸੇ ਰਾਹੀਂ ਤੁਹਾਨੂੰ ਤੜਾ ਕੋਈ ਖਰੀਦ ਲੈਣਾ। ਮੈਂ ਦਰਸ਼ਕਾਂ ਨਾਲ ਇੱਕ ਵਾਅਦਾ ਕਰਦਾ ਕਿ ਡਾਕਟਰ ਸਾਹਿਬ ਤੁਹਾਡੇ ਤੋਂ ਆਪਾਂ ਇੱਕ ਬੈਂਕਾਂ ਦੇ ਸੰਬੰਧੀ ਵੀ ਇੱਕ ਜਾਣਕਾਰੀ ਲਵਾਂਗੇ, ਕਿਉਂਕਿ ਬਹੁਤ ਵੱਡਾ ਜਿਹੜਾ ਸਿਸਟਮ ਚੱਲ ਰਿਹਾ ਹੈਗਾ। ਮੇਰੇ ਨਾਲ ਤੁਸੀਂ ਇੱਕ ਵਾਰੀ ਪਹਿਲਾਂ ਜ਼ਿਕਰ ਕੀਤਾ ਸੀ ਵੀ ਆਪਾਂ ਕਰਜ਼ਿਆਂ ਦੇ ਹੇਠ ਕਿਵੇਂ ਆਉਂਦੇ ਜਾ ਰਹੇ ਹਾਂ, ਉਹਦੇ ਉੱਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ। ਬੈਂਕਾਂ ਦਾ ਮਾਇਆ ਜਿਹੜਾ ਹੈ, ਬੈਂਕਾਂ ਦਾ ਮਾਇਆ ਜਿਹੜਾ ਹੈ ਬਹੁਤ ਭੈੜਾ ਮਾਇਆ ਹੈ। ਔਰ ਅੱਜ ਦੇ ਯੁੱਗ ਦੇ ਅੰਦਰ ਕੋਈ ਫੌਜ ਜਾਂ ਤੋਪਾਂ ਲਿਆਉਣ ਦੀ ਲੋੜ ਨਹੀਂ ਹੈ। ਬੈਂਕਾਂ ਦੇ ਮਾਇਆ ਦੇ ਰਾਹੀਂ ਤੁਹਾਡੇ ਉੱਪਰ ਕਬਜ਼ੇ ਕੀਤੇ ਜਾ ਰਹੇ ਹੈ। ਉਹ ਕਿਤੇ ਕਰ ਲੈਣੇ ਉਹਨਾਂ ਨੇ। ਜਿਹਨੂੰ ਰੋਕਣ ਵਾਸਤੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹ ਉਸੇ ਦੀ ਇੱਕ ਰੈਜ਼ਿਸਟੈਂਸ ਮੂਵਮੈਂਟ ਹੈ। ਜਿਹੜਾ ਕਿਸਾਨ ਅੰਦੋਲਨ ਹੈ ਉਹ ਉਸ ਕਬਜ਼ੇ ਦੇ ਖਿਲਾਫ ਹੀ ਇੱਕ ਮੂਵਮੈਂਟ ਹੈ। ਉਹ ਠੀਕ ਹੈ, ਉਹਦੀ ਸ਼ਕਲ ਉਹ ਬਿੱਲਾਂ ਵਾਲੀ ਹੈ, ਲੇਕਿਨ ਉਹਦੇ ਪਿੱਛੇ ਜਿਹੜਾ ਅਸਲੀ ਜਿਹੜਾ ਸਾਰੀ ਲੜਾਈ ਹੈ ਉਹ ਹੀ ਹੈ। ਇਸੇ ਕਰਕੇ ਬੈਂਕਾਂ ਦਾ ਪ੍ਰਾਈਵੇਟਾਈਜੇਸ਼ਨ ਜ਼ਿਆਦਾ ਹੋ ਰਿਹਾ। ਬਿਲਕੁਲ ਪ੍ਰਾਈਵੇਟ ਬੈਂਕਾਂ ਦਾ ਨਹੀਂ ਇਕੱਲਾ, ਪੂਰੇ ਦਾ ਪੂਰਾ ਜਿੰਨਾ ਸਾਰਾ ਸਰਕਾਰੀ ਅਦਾਰਾ ਸਾਰਾ ਵੇਚਿਆ ਜਾ ਰਿਹਾ, ਟੋਟਲ ਵੇਚਿਆ ਜਾ ਰਿਹਾ। ਤਾਂ ਉਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਨੈਚੁਰਲ ਰਿਸੋਰਸਿਸ ਨੂੰ ਖਰਾਬ ਜਾਣਬੁੱਝ ਕੇ ਕੀਤਾ ਜਾ ਰਿਹਾ। ਨੈਚੁਰਲ ਰਿਸੋਰਸਿਸ ਖਰਾਬ ਹੋਣ ਦੇ ਨਾਲ ਐਪੀਜੈਨੇਟਿਕਸ ਖਰਾਬ ਹੁੰਦੀ ਹੈ, ਐਪੀਜੈਨੇਟਿਕਸ ਦੇ ਨਾਲ ਜੀਨਸ ਖਰਾਬ ਹੁੰਦੇ ਆ, ਅਤੇ ਜੀਨਸ ਜੇ ਕਮਜ਼ੋਰ ਹੋਣਗੇ ਤਾਂ ਉਹ ਆਬਾਦੀ ਜਿਹੜੀ ਹੈ ਕਮਜ਼ੋਰ ਹੋ ਜਾਏਗੀ। ਅੱਗੇ ਬਿਮਾਰੀਆਂ ਜਿਹੜੀਆਂ ਉਹ ਅੱਗੇ ਫੈਲਦੀਆਂ ਚਲੀਆਂ। ਬਿਲਕੁਲ ਫਿਜ਼ੀਕਲ ਬਿਮਾਰੀਆਂ ਵੀ ਲੱਗਣਗੀਆਂ, ਮੈਂਟਲ ਬਿਮਾਰੀਆਂ ਵੀ ਲੱਗਣਗੀਆਂ, ਤੁਹਾਡੀ ਰਿਪਰੋਡਕਟਿਵ ਸਿਸਟਮ ਫੇਲ ਹੋਏਗਾ, ਤੁਹਾਡੇ ਬੱਚੇ ਅਪੰਗ ਹੋਣਗੇ, ਤੁਹਾਡੇ ਬੱਚੇ ਪੈਦਾ ਨਹੀਂ ਹੋਣਗੇ। ਆਹ ਸਾਰਾ ਵਰਤਾਰਾ ਸਾਨੂੰ ਦਿਸ ਰਿਹਾ। ਅਤੇ ਇਹ ਪਿੱਛੇ ਜਿਹੜਾ ਚਾਲ ਚੱਲੀ ਜਾ ਰਹੀ ਆ, ਅੱਗੇ ਤੁਹਾਨੂੰ ਤਾਂ ਇੱਧਰ ਲਿਜਾ ਕੇ ਰੱਖਿਆ ਜਾਏਗਾ, ਤੁਸੀਂ ਤਾਂ ਕਿੰਨੀਆਂ ਚੱਕੇ ਪਾਣੀ ਭਰਦੇ ਫਿਰ ਉਹ ਪੀਣ ਵਾਲਾ, ਅਤੇ ਮਗਰੋਂ ਅਗਲੇ ਬੈਂਕਾਂ ਦੇ ਰਾਹੀਂ ਤੁਹਾਡੇ ਸਾਰੇ ਕਬਜ਼ਾ ਕਰਨ ਨੂੰ ਫਿਰਦੇ ਆ। ਉਹਨਾਂ ਨੇ ਹੌਲੀ ਹੌਲੀ ਕਬਜ਼ੇ ਕਰ ਲੈਣੇ ਆ। ਵੱਡੇ 2-2 ਹਜ਼ਾਰ 4-4 ਏਕੜ ਦੇ ਫਾਰਮ ਬਣਾ ਲੈਣੇ ਆ, ਅਤੇ ਮੁੜ ਕੇ ਫਾਰਮ ਬਣਾ ਕੇ ਤੁਹਾਨੂੰ ਗੁਲਾਮ ਬਣਾ ਲੈਣਾ। ਤੁਹਾਡੇ ਤੋਂ ਕੰਮ ਕਰਾਉਣਗੇ, ਤੁਹਾਨੂੰ ਜੁੱਤੀਆਂ ਮਾਰਨਗੇ, ਤੁਸੀਂ ਉਹਨਾਂ ਦੇ ਕੋਲ ਮਜ਼ਦੂਰ ਬਣ ਕੇ ਕੰਮ ਕਰੋਗੇ ਅਤੇ ਤੁਹਾਡੇ 'ਤੇ ਰਾਜ ਕਰਨਗੇ। ਪ੍ਰੋਫਿਟ ਦਾ ਵੱਡਾ ਹਿੱਸਾ ਉਹ ਜਾਣਗੇ, ਤੁਸੀਂ ਨੰਗ ਭੁੱਖ ਲੜੀ ਜਾਓ ਨੰਗ ਭੁੱਖ ਨਾਲ। ਅਤੇ ਅੰਤ ਦੇ ਵਿੱਚ ਜੇ ਆਪਾਂ ਫਿਰ ਉੱਥੇ ਆਈਏ ਕਿ ਜੀਨਸ ਜਿਹੜੇ ਨੇ ਉਹ ਜਦੋਂ ਖਰਾਬ ਹੋ ਰਹੇ ਨੇ, ਅੱਗੇ ਬਿਮਾਰੀਆਂ ਫੈਲ ਰਹੀਆਂ ਨੇ, ਆਪਣੇ ਬੱਚਿਆਂ ਤੱਕ ਬਿਮਾਰੀਆਂ ਪਹੁੰਚ ਰਹੀਆਂ ਨੇ। ਬੰਦਾ ਕਹਿੰਦਾ ਮੈਨੂੰ ਤਾਂ ਹੋ ਗਿਆ, ਮੇਰੇ ਬੱਚਿਆਂ ਤੱਕ ਨਾ ਜਾਵੇ, ਮੇਰੇ ਅੱਗੇ ਪੀੜ੍ਹੀਆਂ ਤੱਕ ਨਾ ਜਾਵੇ, ਕਿਉਂਕਿ ਪੀੜ੍ਹੀਆਂ ਪਿੱਛੇ ਬਹੁਤ ਕੁਝ ਚੱਲ ਰਿਹਾ। ਇੱਥੋਂ ਤੱਕ ਕਿ ਲੋਕੀ ਜਿਹੜੇ ਨੇ ਉਹ ਬੱਚਾ ਜਿਹੜਾ ਹੁੰਦਾ ਉਹ ਸੋਚਦਾ ਵੀ ਮੇਰੇ ਅੱਗੇ ਮੇਰੀ ਪੀੜ੍ਹੀ ਚਲਾਏਗਾ। ਇੱਕ ਮੈਂਟਲ ਸਿਸਟਮ ਚੱਲ ਰਿਹਾ ਉਹਦੇ ਨਾਲ ਦੇ। ਪਰ ਜਦੋਂ ਪੀੜ੍ਹੀਆਂ ਦੇ ਵਿੱਚ ਬਿਮਾਰੀ ਸੋਚ ਲੈਂਦਾ ਤਾਂ ਉਹ ਇੱਕ ਬੜਾ ਵੱਡਾ ਸ਼ੌਕ ਹੈ। ਅਤੇ ਕਿਵੇਂ ਬਚੇ ਬੰਦਾ, ਕਿਉਂਕਿ ਜੇ ਪੂਰੇ ਇਲਾਕੇ ਦੇ ਵਿੱਚ ਉਹ ਹੋ ਗਿਆ ਤਾਂ ਉਸ ਨੂੰ ਸੁਧਾਰਨ ਲਈ ਤਾਂ ਤੁਸੀਂ ਦੱਸਿਆ ਵੀ 3-4 ਸਾਲ ਲੱਗ ਗਏ ਉਹਨੂੰ। ਉਹ ਜਿਹੜਾ 150 ਏਕੜ ਫਾਰਮ ਦੀ ਵੀ ਗੱਲ ਕੀਤੀ ਹੈ, ਅਤੇ 3-4 ਸਾਲ ਦੇ ਵਿੱਚ ਤਾਂ ਫਿਰ ਬਹੁਤ ਦੁਨੀਆ ਚਲੀ ਜਾਏਗੀ। ਉਹਦਾ ਕੁਛ ਫੌਰੀ ਹੱਲ ਹੈ? ਫੌਰੀ ਹੱਲ ਆਪਾਂ ਦੇਖਦੇ ਨਹੀਂ। ਆਪਾਂ ਫੌਰੀ ਤਾਂ ਆਪਣਾ ਭੋਜਨ ਸੁਧਾਰੀਏ ਪਹਿਲਾਂ ਤਾਂ, ਇਮੀਡੀਏਟ ਭੋਜਨ ਦੇ ਵਿੱਚ ਜੋ ਆਪਾਂ ਕਰ ਸਕਦੇ ਹਾਂ ਇਮੀਡੀਏਟ ਕਰ ਦਈਏ, ਤਾਂ ਕਿ ਔਰ ਕਾਲਜ ਜੀ ਅੱਜ ਵੀ ਕੁਦਰਤ ਐਡੀ ਗ੍ਰੇਟ ਹੈ ਕਿ ਸਿਰਫ ਭੋਜਨ ਸੁਧਾਰਨ ਨਾਲ ਹੀ ਤੁਹਾਨੂੰ ਉਹ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਆ ਕਿ ਤੁਹਾਡੀ ਸਿਹਤ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਭੋਜਨ ਸੁਧਾਰੀਏ, ਫਿਰ ਪਾਣੀ ਵੱਲ ਧਿਆਨ ਦਈਏ, ਕਿ ਪਾਣੀ ਪੀਣ ਵਾਲੇ ਪਾਣੀ ਵੱਲ ਧਿਆਨ ਦਈਏ, ਫਿਰ ਜਿਹੜਾ ਬਾਕੀ ਪਾਣੀ ਵਰਤ ਰਹੇ ਉਹਦੇ ਵੱਲ ਧਿਆਨ ਦਈਏ, ਪਾਣੀ ਆਪਣਾ ਬਚਾਈਏ। ਜਿਵੇਂ ਬਾਰਿਸ਼ ਦਾ ਪਾਣੀ ਹੈ,
ਹੁਣ ਸਾਡੇ ਸੱਭਿਆਚਾਰ 'ਚ ਬਾਰਿਸ਼ ਦਾ ਪਾਣੀ ਬਚਾਉਣ ਦਾ ਐਡਾ ਜ਼ਿਆਦਾ ਰਿਵਾਜ ਹੁੰਦਾ ਸੀਗਾ, ਜਿਹੜਾ ਅਸੀਂ ਭੁੱਲ ਭੁਲਾ ਗਏ। ਰਾਜਸਥਾਨ ਉਹ ਦੇਖੋ ਸਾਡੇ ਪੜੋਸੀ ਸਟੇਟ ਹੈ, ਰਾਜਸਥਾਨ 'ਚ ਅੱਜ ਵੀ ਉਹ ਕਲਚਰ ਆਪਣਾ ਸਾਂਭ ਕੇ ਰੱਖਿਆ ਹੋਇਆ ਕਿ ਉਹ ਬਾਰਿਸ਼ ਦਾ ਪਾਣੀ ਬਚਾਉਂਦੇ ਆ। ਔਰ ਅੱਜ ਵੀ ਰਾਜਸਥਾਨ ਸਭ ਤੋਂ ਘੱਟ ਬਾਰਿਸ਼ ਹੁੰਦੀ ਹੈ, ਲੇਕਿਨ ਪੀਣ ਵਾਲੇ ਪਾਣੀ ਦੀ ਅੱਜ ਤੱਕ ਰਾਜਸਥਾਨ ਨੂੰ ਕਦੀ ਕਿਸੇ ਪਿੰਡ ਚਲੇ ਜਾਓ ਤੁਸੀਂ, ਪੀਣ ਵਾਲੇ ਪਾਣੀ ਦੀ ਕਦੀ ਕਮੀ ਨਹੀਂ ਹੋਊਗੀ ਉੱਥੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਬਰਸਾਤ ਦਾ ਪਾਣੀ ਬਚਾਉਣਾ ਕਿੱਦਾਂ। ਅਸੀਂ ਪੰਜਾਬ ਦੇ ਅੰਦਰ ਜਾਂ ਹਰਿਆਣਾ ਵਾਲੀ ਬੈਲਟ 'ਚ ਅਸੀਂ ਬਹੁਤ ਬੇਵਕੂਫਾਂ ਦੇ 6 ਇੰਚ ਦਾ ਟਿਊਬਵੈੱਲ ਚੱਲ ਰਿਹਾ, ਉਹਦਾ ਦਗੜ ਕੋਈ ਲੋੜ ਹੈ ਨਹੀਂ ਲੋੜ ਹੈ ਕੋਈ ਪਤਾ ਨਹੀਂ। ਇਹ ਸੋਚਦੇ ਹੀ ਨਹੀਂ ਅਸੀਂ ਜਿਹੜਾ 6 ਇੰਚ ਦਾ ਟਿਊਬਵੈੱਲ ਥੱਲੇ ਪਾਣੀ ਖਿੱਚੀ ਜਾ ਰਿਹਾ, ਉੱਥੇ ਕੋਈ ਸਮੁੰਦਰ ਥੋੜ੍ਹਾ ਜਿਹੜਾ ਮੁੱਕੂਗਾ ਨਹੀਂ, ਉਹਦਾ ਲਿਮਟਿਡ ਜੀ ਰਿਸੋਰਸ ਹੈ। ਅਸੀਂ ਜੇ ਅੱਜ ਵਰਤ ਲਾਂਗੇ ਤਾਂ ਕੱਲ੍ਹ ਨੂੰ ਨਹੀਂ ਵਰਤਾਂਗੇ, ਫਿਰ ਕੱਲ੍ਹ ਨੂੰ ਖਤਮ ਹੋ ਜਾਏਗਾ। ਤਾਂ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਰਤਾਰਾ ਹੈ, ਉਹ ਸਾਨੂੰ ਆਪਣਾ ਫੂਡ ਤੋਂ ਲੈ ਕੇ, ਪਾਣੀ ਤੋਂ ਲੈ ਕੇ, ਹਵਾ ਤੋਂ ਲੈ ਕੇ, ਨੈਚੁਰਲ ਰਿਸੋਰਸਿਸ ਤੋਂ ਲੈ ਕੇ, ਅਤੇ ਫਿਰ ਜਿਹੜੀ ਅਸਲ 'ਚ ਜਿਹੜੀ ਮੇਨ ਹੁੰਦੀ ਹੈ ਕੋਲਨ ਜੀ, ਬਹੁਤ ਵੱਡੀ ਸ਼ਕਤੀ ਹੈ ਪਰਮਾਤਮਾ ਤੋਂ ਬਾਅਦ ਅਤੇ ਕੁਦਰਤ ਤੋਂ ਬਾਅਦ ਜਿਹੜੀ ਤੀਜੀ ਵੱਡੀ ਸ਼ਕਤੀ ਹੁੰਦੀ ਹੈ, ਉਹ ਹੁੰਦੀ ਸੰਗਤ, ਕਮਿਊਨਿਟੀ, ਸਮਾਜ, ਏਕਾ ਉਹਦੇ ਅੰਦਰ, ਚੇਤਨਾ ਅਤੇ ਏਕਾ। ਜਿੰਨਾ ਏਕਾ ਸਾਡੇ ਸਮਾਜ 'ਚ ਮੌਜੂਦ ਹੋਏਗਾ, ਉਨੀਆਂ ਸਮੱਸਿਆਵਾਂ ਨੂੰ ਅਸੀਂ ਵਧੀਆ ਹੱਲ ਕਰਾਂਗੇ। ਔਰ ਏਕੇ ਦੇ ਅੱਗੇ ਕੁਛ ਨਹੀਂ ਖੜਦਾ। ਏਕਾ ਇੱਕ ਇਹੋ ਜਿਹਾ ਹਥਿਆਰ ਹੈ ਸਮਾਜ ਕੋਲ ਕਿ ਤੁਸੀਂ ਇੱਕ ਦੀ ਬਜਾਏ ਜੇ 5 ਬੰਦੇ ਬੈਠ ਜਾਓ ਤਾਂ ਤੁਸੀਂ 5 ਨਹੀਂ ਹੁੰਦੇ, ਹੋ 500 ਹੋ ਜਾਂਦੇ ਹੋ। ਠੀਕ ਹੈ ਨਾ? ਤਾਂ ਇਸ ਕਰਕੇ ਸਮਾਜ ਦੇ ਅੰਦਰ ਪਰਮਾਤਮਾ ਅਤੇ ਕੁਦਰਤ ਦੀਆਂ ਸ਼ਕਤੀਆਂ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ ਸੰਗਤ ਦੀ। ਉਹ ਸੰਗਤ ਦਾ ਏਕਾ ਰੱਖਣਾ, ਸੰਗਤ ਨੂੰ ਬੰਨ੍ਹ ਕੇ ਰੱਖਣਾ ਇੱਕ ਕੜੀ 'ਚ, ਉਹਦੇ ਲਈ ਇੱਕ ਲੀਡਰਸ਼ਿਪ ਕ੍ਰੀਏਟ ਕਰਨੀ, ਉਸ ਸਮਾਜ ਦਾ ਬਹੁਤ ਵੱਡਾ ਡਿਫੈਂਸ ਹੁੰਦਾ। ਅਤੇ ਉਹ ਸਾਰਾ ਅਗਰ ਸਾਡੇ ਕੋਲ ਕਾਇਮ ਹੋ ਜਾਵੇ ਤਾਂ ਕੋਈ ਕਾਰਨ ਨਹੀਂ ਹੈਗਾ ਸਾਡੀ ਐਪੀਜੈਨੇਟਿਕਸ ਖਰਾਬ ਹੋ ਜਾਏਗੀ। ਔਰ ਜੇ ਸਾਡੀ ਐਪੀਜੈਨੇਟਿਕਸ ਖਰਾਬ ਨਹੀਂ ਹੁੰਦੀ, ਜੇ ਸਾਡੇ ਜੀਨਸ ਦੇ ਆਲੇ ਦੁਆਲੇ ਜਿਹੜੇ ਕੈਮੀਕਲ ਨੇ ਉਹ ਖਰਾਬ ਨਹੀਂ ਹੁੰਦੇ, ਤਾਂ ਸਾਡੇ ਜੀਨਸ ਦਾ ਕੱਖ ਨਹੀਂ ਵਿਗੜਦਾ। ਮੈਂ ਸਰੋਤਿਆਂ ਨੂੰ ਬਹੁਤ ਹੀ ਮੈਂ ਤਾਂ ਪਿਛਲੇ 50 ਸਾਲ ਤੋਂ ਇਸ ਸਾਰੀ ਸਾਇੰਸ ਦੇ ਇਨ ਟੱਚ ਹਾਂ, ਜੈਨੇਟਿਕਸ ਵਰਸਸ ਐਪੀਜੈਨੇਟਿਕਸ, ਮੈਨੂੰ ਸ਼ੁਰੂ ਤੋਂ ਸ਼ੌਕ ਰਿਹਾ ਸੀਗਾ। ਤਾਂ ਮੈਂ ਉਹਨਾਂ ਨੂੰ ਤਸੱਲੀ ਦਿਵਾਉਣਾ ਕਿ ਜਿਹਨਾਂ ਬਿਮਾਰੀਆਂ ਨੂੰ ਤੁਸੀਂ ਜੈਨੇਟਿਕਸ ਸਮਝਦੇ ਹੋ, ਜੀਨਸ ਦੇ ਨਾਲ ਸਮਝਦੇ ਹੋ, ਉਹ ਸਾਰੀਆਂ ਦੀਆਂ ਸਾਰੀਆਂ ਲਾਈਨ 'ਚ ਆ ਜਾਣਗੀਆਂ। ਜਦੋਂ ਹੀ ਅਸੀਂ ਐਪੀਜੈਨੇਟਿਕਸ ਆਪਣੀ ਠੀਕ ਕਰਾਂਗੇ, ਆਪਣਾ ਸਾਰਾ ਵਾਤਾਵਰਨ, ਆਪਣੀ ਨੇਚਰਲ ਰਿਸੋਰਸਿਸ, ਆਪਣੀ ਸਿਹਤ, ਤਾਂ ਨਾਲ ਦੀ ਨਾਲ ਹੀ ਜਿਹੜੇ ਉਹ ਖਤਰੇ ਨੇ ਉਹ ਟਲ ਜਾਣਗੇ ਅਤੇ ਅਸੀਂ ਫਿਰ ਮੁੜ ਕੇ ਇੱਕ ਸਿਹਤਮੰਦ ਅਤੇ ਵਧੀਆ ਸਮਾਜ ਬਣ ਜਾਵਾਂਗੇ। ਅੱਛਾ, ਕੁਛ ਪਰਟੀਕੂਲਰ ਬਿਮਾਰੀਆਂ ਵਾਸਤੇ ਕੁਛ ਇਸ ਤਰ੍ਹਾਂ ਦੇ ਦਵਾ ਪੌਦੇ, ਕੁਛ ਖਾਣੇ ਕੋਈ ਇਸ ਤਰ੍ਹਾਂ ਦੇ ਹੈਗੇ ਨੇ ਵੀ ਜਿਹੜੇ ਆਪਣੇ ਜਿਹੜੀ ਹੈ ਐਪੀਜੈਨੇਟਿਕਸ ਨੂੰ ਠੀਕ ਕਰ ਦੇਣਗੇ? ਨਹੀਂ, ਉਹਦੇ 'ਚ ਥੋੜ੍ਹਾ ਫਰਕ ਹੈਗਾ। ਸ਼ੂਗਰ ਵਾਸਤੇ ਅਲੱਗ ਕਿਸਮ ਦੇ ਥੋੜ੍ਹੇ ਜਿਹੇ ਪਲਾਂਟਸ ਹੈਗੇ ਆ, BP ਵਾਸਤੇ ਅਲੱਗ ਨੇ, ਹਾਰਟ ਵਾਸਤੇ ਅਲੱਗ ਨੇ, ਜਿਹੜੇ ਜੋੜਾਂ ਦੀ ਕੈਂਸਰ ਵਾਸਤੇ ਅਲੱਗ ਨੇ, ਜੋੜਾਂ ਵਾਸਤੇ ਅਲੱਗ ਨੇ, ਦਮੇ ਵਾਸਤੇ ਹੈਗੇ ਥੋੜ੍ਹੇ। ਲੇਕਿਨ ਉਹਦੇ ਵਿਸਥਾਰ 'ਚ ਆਪਾਂ ਨਾ ਜਾਈਏ, ਉਹ ਫਿਰ ਲੰਬੀ ਹੋ ਜਾਏਗੀ ਗੱਲ। ਲੇਕਿਨ ਇਨ ਜਨਰਲ ਕੀ ਹੈ, ਇਨ ਜਨਰਲ ਜਿਹੜੀ ਹੈਗੀ ਹੈ ਫੂਡ, ਭੋਜਨ, ਪੌਦਿਆਂ 'ਤੇ ਆਧਾਰਿਤ ਭੋਜਨ ਖਾਣਾ। ਪਹਿਲੀ ਗੱਲ ਤਾਂ ਸਾਨੂੰ ਐਨੀਮਲ ਭੋਜਨ ਦੀ ਜ਼ਰੂਰਤ ਨਹੀਂ ਹੈ। ਅਤੇ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਮੀਟ, ਅੰਡੇ, ਮੱਛਲੀ ਔਰ ਦੁੱਧ, ਇਹ ਵਰਤਾਰੇ ਨੂੰ ਥੋੜ੍ਹਾ ਘੱਟ ਕਰਕੇ ਆਪਾਂ ਪੌਦਿਆਂ ਦੇ ਬੇਸਡ ਖੁਰਾਕ ਲਈਏ ਅਤੇ ਪੌਦਿਆਂ ਦੇ ਵਿੱਚ ਵੱਧ ਤੋਂ ਵੱਧ ਵੈਰਾਇਟੀ ਲੈ ਕੇ ਆਈਏ। ਜਿੰਨੀ ਜ਼ਿਆਦਾ ਵੈਰਾਇਟੀ ਦਾ ਭੋਜਨ ਆਪਾਂ ਖਾਵਾਂਗੇ, ਉਨੇ ਹੀ ਆਪਾਂ ਸਿਹਤਮੰਦ ਹੋਵਾਂਗੇ। ਆਪਾਂ ਨੂੰ ਰੱਖਣਾ ਚਾਹੀਦਾ ਮੋਟਾ ਜਿਹਾ ਸੋਚ ਕੇ ਕਿ 100 ਤਰ੍ਹਾਂ ਦੇ ਪੌਦਿਆਂ ਦੇ ਆਧਾਰਿਤ ਖੁਰਾਕ ਖਾਈਏ ਅਤੇ 100 ਤਰ੍ਹਾਂ ਦੇ ਪੌਦੇ ਸਾਡੇ ਦਵਾ ਪੌਦੇ, 200 ਪੌਦੇ ਨੇ ਟੋਟਲ ਸਾਰੇ। ਮਹੀਨੇ ਦੇ ਵਿੱਚ ਜਿਹੜੇ 100 ਤਰ੍ਹਾਂ ਦੇ ਪੌਦੇ, ਹਾਂ, ਬਦਲ ਕੇ ਤਾਂ 100 ਤਰ੍ਹਾਂ ਦੇ ਪੌਦੇ ਸਾਡੇ ਭੋਜਨ ਦਾ ਹਿੱਸਾ ਬਣ ਸਕਦੇ ਹਾਂ, ਅਤੇ 100 ਹੀ ਤਰ੍ਹਾਂ ਦੇ ਅਸੀਂ ਚੀਜ਼ਾਂ ਜਿਹੜੀਆਂ ਨੇ ਉਹ ਇਹ ਦਵਾ ਪੌਦੇ ਦੇ ਤੌਰ 'ਤੇ ਖਾ ਸਕਦੇ ਹਾਂ। ਤਾਂ ਮੋਟਾ ਜਿਹਾ 200 ਪੌਦੇ ਸਾਡੇ ਆਲੇ ਦੁਆਲੇ ਹੋਣੇ ਚਾਹੀਦੇ ਹੋ। ਅਤੇ ਜੇ ਸਾਡੇ ਆਲੇ ਦੁਆਲੇ 200 ਪੌਦੇ ਹੈਗੇ ਤਾਂ ਮੈਂ ਕਿਹਾ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਠੀਕ ਹੈ? ਅਤੇ ਜਿਹੜੀ ਜੋੜੀ ਹੈ ਭੋਜਨ ਪੌਦਿਆਂ ਦੀ ਅਤੇ ਦਵਾ ਪੌਦਿਆਂ ਦੀ, ਇਹ ਬੜੀ ਕਮਾਲ ਦੀ ਜੋੜੀ ਆ। ਇਹ ਜੋੜੀ ਨੂੰ ਬਿਲਕੁਲ ਕਾਇਮ ਰੱਖਣਾ ਚਾਹੀਦਾ। ਇਹ ਤਾਂ ਉਦੋਂ ਬੈਲਾਂ ਦੀ ਜੋੜੀ ਸੀ ਨਾ, ਜਿਹਦੇ ਸਿਰ 'ਤੇ ਸਾਰਾ ਸਮਾਜ ਚੱਲਦਾ ਸੀਗਾ। ਇਹ ਦੋ ਜੋੜੀ ਉਹ ਹੈ, ਭੋਜਨ ਪੌਦੇ, ਦਵਾ ਪੌਦੇ। ਅਤੇ ਇਹਨਾਂ ਦੋਨਾਂ ਨੂੰ ਬਹੁਤ ਮਜ਼ਬੂਤ ਢੰਗ ਦੇ ਨਾਲ ਆਪਣੇ ਸਮਾਜ ਦੇ ਅੰਦਰ ਆਲੇ ਦੁਆਲੇ ਗਾਉਣਾ ਚਾਹੀਦਾ, ਔਰ ਇਹਨਾਂ ਨੂੰ ਵਰਤਣ ਦੀ ਕਲਾ ਸਿੱਖਣੀ ਚਾਹੀਦੀ ਹੈ। ਹਰ ਪੌਦੇ ਨੂੰ ਵਰਤਣ ਦੀ ਸੌਖੀ ਜਿਹੀ ਕਲਾ ਹੁੰਦੀ ਹੈ ਕਿ ਸਹਿਜ ਸੁਭਾਅ ਤੁਸੀਂ ਖਾ ਜਾਓ, ਤੁਹਾਨੂੰ ਕੋਈ ਸਪੈਸ਼ਲੀ ਸੋਚਣਾ ਨਾ ਪਵੇ ਵੀ ਮੈਂ ਆਹ ਪੌਦਾ ਖਾਵਾਂ। ਤੁਹਾਡੇ ਰੂਟੀਨ 'ਚ ਹੀ, ਤੁਹਾਡੇ ਸੁਬਾਹ ਤੋਂ ਲੈ ਕੇ ਰਾਤ ਤੱਕ ਦੇ ਰੂਟੀਨ 'ਚ ਹੀ ਫਿੱਟ ਹੋਏ ਹੋਣ, ਆਟੋਮੈਟਿਕ ਤੁਹਾਡੇ ਆਇਆ ਕੋਈ ਤੁਸੀਂ ਸਵੇਰੇ ਉੱਠ ਕੇ ਜੂਸ ਪੀ ਰਹੇ ਹੋ, ਕੋਈ ਫਿਰ ਫਲ ਖਾ ਰਹੇ ਹੋ, ਫਿਰ ਕੋਈ ਅਨਾਜ ਖਾ ਰਹੇ ਹੋ, ਫਿਰ ਕੋਈ ਸੂਪ ਬਣਾ ਕੇ ਪੀ ਰਹੇ ਹੋ, ਕੋਈ ਚੀਜ਼ ਮੂੰਹ 'ਚ ਰੱਖ ਰਹੇ ਹੋ, ਤੁਰੇ ਫਿਰਦੇ ਚੂਸ ਇਲਾਚੀ ਰੱਖ ਲਈ ਮੂੰਹ 'ਚ, ਲਸਣ ਰੱਖ ਲਿਆ, ਅਦਰਕ। ਤਾਂ ਇੱਦਾਂ ਦੇ ਆਪਾਂ ਕੁਛ ਚੀਜ਼ਾਂ ਮਸਾਲੇ ਦੇ ਤੌਰ 'ਤੇ ਵਰਤ ਲਈਆਂ। ਠੀਕ ਹੈ? ਤਾਂ ਇੱਦਾਂ ਦਾ ਆਪਾਂ ਰੂਟੀਨ ਜਿਹਾ ਬਣਾਈਏ, ਜਿਹੜੀ ਇਹ ਜੋੜੀ ਹੈ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਕੇ ਰਹੇ। ਅਤੇ ਮੈਂ ਸਮਝਦਾ ਕਿ ਜੇ ਜੋੜੀ ਸਾਡੇ ਸਰੀਰ ਦਾ ਹਿੱਸਾ ਅਤੇ ਪਲੱਸ ਅਸੀਂ ਸਰੀਰ ਸਖਤ ਕੰਮ ਕਰਦੇ ਹਾਂ ਜਾਂ ਸਖਤ ਵਰਜਿਸ਼ ਕਰਦੇ ਹਾਂ, ਅਤੇ ਦੂਜੀ ਗੱਲ ਖੁਸ਼ ਰਹਿੰਦੇ ਹਾਂ। ਖੁਸ਼ ਰਹਿਣ ਵਾਸਤੇ ਜਿਹੜਾ ਹੈ ਉਹ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਸਮਾਜਿਕ ਏਕਾ ਅਤੇ ਆਪਸੀ ਭਾਈਚਾਰਾ,
मेरा गुआंढ, मेरा भाईचारा, मेरी रिश्तेदार, मेरे कुलीग, मेरे स्कूल मेट, मेरे पिंड वासी, मेरे शहर वासी, ये जिहड़ा भाईचारा आपसी है जिन्ना मजबूत करांगे उन्ने खुश रहांगे असीं। खुशी जिहड़ी है बहुत वड्डी गल है कि खुश समाज जिहड़ा हुंदा है वो कभी भी बीमार समाज नहीं हुंदा। दो गल्लां आपस नहीं इकट्ठियां नहीं चलदियां। जिहड़ा खुश समाज है बीमार नहीं होएगा, दुखी समाज बीमार समाज दुखी होगा तो दुखी समाज बीमार होएगा। सो दोनों गल्लां जिहड़ियां ने आपस च जिहड़ियां ने इकट्ठियां चलदियां ने। तो खुशी ते सेहत ते बीमारी ते जिहड़ा है जिहड़ी दुख है। तो बाकी फिर अगे पैथियां नूं वरतना आउणा चाहीदा। साढ़े कोल बहुत प्यारियां पैथी ने, होम्योपैथी बहुत बड़ी प्यारी है, आयुर्वेदिक है, नेचुरोपैथी है, एक्यूप्रैशर है, योगा है। सो सारिਆਂ ਨੂੰ सीखना चाहिए। ਹੁਣ योगा एड्डी प्यारी साइंस है, सानू सब ਨੂੰ सीखनी चाहिए है। सो ये सारा कुछ ਜਿਹੜਾ है ये बड़िया सस्तियां जिहियां साइंसिस ने ते बड़ी आसानी ਨਾਲ ਸਿੱਖੀਆਂ ਜਾ ਸਕਦੀਆਂ ਨੇ। ਤੇ ਅਸੀਂ ਵੱਡੇ ਵੱਡੇ ਮਸ਼ੀਨਾਂ ਦੇ ਤੇ ਵੱਡੇ ਵੱਡੇ ਡਾਕਟਰਾਂ ਦੇ ਜਿਹੜੇ ਚੱਕਰ ਤੋਂ ਬਚਣ ਲਈ ਸਾਨੂੰ ਇਹ ਸਾਰਾ ਵਰਤਾਰਾ ਜਿਹੜਾ ਜਿਹਨੂੰ ਅਸੀਂ ਹੋਲਿਸਟਿਕ ਹੈਲਥ ਕੇਅਰ ਕਹਿੰਦੇ ਆ ਜਾਂ ਕਹਿੰਦੇ ਆ ਪੂਰੀ ਦੀ ਪੂਰੀ ਬਾਡੀ ਨੂੰ ਹੀਲ ਕਿਵੇਂ ਕਰਨਾ, ਉਹਦੇ ਲਈ ਸਾਰੀਆਂ ਪੰਜ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਬਹੁਤ ਸੌਖੀਆਂ ਤੇ ਬਹੁਤ ਸਰਲ ਢੰਗ ਨਾਲ ਸਾਡੀ ਜ਼ਿੰਦਗੀ ਐਸਾ ਬਣ ਸਕਦੀ ਨੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਤੱਕ ਇਹ ਉਹ ਜਾਣਕਾਰੀ ਪਹੁੰਚਾਈ ਹੈ ਜਿਹੜੀ ਸ਼ਾਇਦ ਮੈਨੂੰ ਲੱਗਦਾ ਅੱਜ ਤੱਕ ਉਸ ਤੋਂ ਪਹਿਲਾਂ ਸ਼ਾਇਦ ਕਿਸੇ ਨੇ ਬਹੁਤ ਘੱਟ ਕੀਤੀ ਹੋਣੀ ਗੱਲਬਾਤ। ਧੰਨਵਾਦ ਜੀ, ਬਹੁਤ ਧੰਨਵਾਦ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਜਿਹੜੀਆਂ ਬਿਮਾਰੀਆਂ ਸਾਡੇ ਜੀਨਸ DNA ਦੇ ਰਾਹੀਂ ਸਾਡੇ ਬੱਚਿਆਂ 'ਚ ਜਾਂਦੀਆਂ ਨੇ ਜਾਂ ਫਿਰ ਸਾਡੇ ਅੰਦਰ ਸਾਡੇ ਪੁਰਖਿਆਂ ਦੇ ਜੀਨਸ ਤੋਂ ਸਾਡੇ ਅੰਦਰ ਆਈਆਂ ਨੇ, ਉਹਨਾਂ ਦੇ ਪਿੱਛੇ ਦੇ ਕੀ ਕਾਰਨ ਨੇ, ਕੀ ਇਸ ਤੋਂ ਬਚਿਆ ਜਾ ਸਕਦਾ, ਕਿ ਇਸ ਦੇ ਨਾਲ ਅਸੀਂ ਇਸੇ ਤਰ੍ਹਾਂ ਮਰ ਜਾਵਾਂਗੇ, ਕਿ ਇਹ ਇੱਕ ਕਿਹੜੀ ਸਾਜ਼ਿਸ਼ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਸਾਡੇ ਸਾਰੇ ਸਿਸਟਮ ਦੇ ਉੱਤੇ ਕਬਜ਼ਾ ਕਰਨ ਲਈ ਜਿਹੜਾ ਸਾਨੂੰ ਇਹ ਇਸ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ, ਇਸ ਤਰੀਕੇ ਨਾਲ ਬਿਮਾਰ ਕੀਤਾ ਜਾ ਰਿਹਾ, ਸਾਨੂੰ ਕਿੱਧਰ ਉਲਝਾਇਆ ਜਾ ਰਿਹਾ, ਸਾਨੂੰ ਕਿਵੇਂ ਬਚਣ ਦੀ ਲੋੜ ਹੈ, ਅਸੀਂ ਕਿਸ ਤਰ੍ਹਾਂ ਅਸੀਂ ਆਪਣਾ ਆਪਾ ਠੀਕ ਕਰ ਸਕਦੇ ਹਾਂ। ਫਾਜ਼ਿਲਕਾ ਦੀ ਇੱਕ ਉਦਾਹਰਨ ਦਿੱਤੀ ਹੈ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਨੇ ਕਿ ਉੱਥੇ 150 ਏਕੜ ਫਾਰਮ ਉਸ ਏਰੀਏ ਦੇ ਵਿੱਚ ਡਿਵੈਲਪ ਕਰ ਲਿੱਤਾ ਗਿਆ ਜਿੱਥੇ ਚਾਰੇ ਪਾਸੇ ਜ਼ਹਿਰ ਸੀਗੇ, ਜਿੱਥੇ ਚਾਰੇ ਪਾਸੇ ਕੈਮੀਕਲ ਸੀਗੇ, ਜਿੱਥੇ ਚਾਰੇ ਪਾਸੇ ਬਿਮਾਰੀਆਂ ਫੈਲੀਆਂ ਹੋਈਆਂ ਸੀ। ਉਸ ਏਰੀਏ ਦੇ ਵਿੱਚੋਂ ਪਾਣੀ ਵਧੀਆ ਨਿਕਲ ਰਿਹਾ, ਭੋਜਨ ਵਧੀਆ ਨਿਕਲ ਰਿਹਾ, ਹਵਾ ਜਿਹੜੀ ਹੈ ਉੱਥੇ ਵਧੀਆ ਹੈਗੀ। ਕਿਵੇਂ ਹੋ ਗਈ? ਜੇ ਉਸ 150 ਏਕੜ ਨੂੰ ਸੁਧਾਰਿਆ ਜਾ ਸਕਦਾ ਤੇ ਕਿਉਂ ਨਹੀਂ ਆਪਾਂ ਆਪਣਾ ਆਲਾ ਦੁਆਲਾ ਸਾਰਾ ਸੁਧਾਰ ਸਕਦੇ। ਸੋ ਵਿਚਾਰ ਕਰਨ ਦੀ ਲੋੜ ਹੈ ਤੇ ਇਸ ਦੇ ਉੱਤੇ ਵਿਚਾਰ ਕਰਨ ਦੇ ਨਾਲ ਨਾਲ ਅਮਲ ਕਰਨ ਦੀ ਲੋੜ ਹੈ। ਜੇਕਰ ਆਪਾਂ ਇਸ ਸਾਰੇ ਗੱਲਬਾਤ ਦੇ ਰਾਹੀਂ ਨਿਕਲੇ ਨਿਚੋੜ ਦੇ ਉੱਤੇ ਅਮਲ ਕਰਦੇ ਹਾਂ ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਸਾਡੀਆਂ ਜਿਹੜੀਆਂ ਮੌਜੂਦਾ ਬਿਮਾਰੀਆਂ ਵੀ ਖਤਮ ਹੋ ਜਾਣਗੀਆਂ ਤੇ ਜਿਹੜੀਆਂ ਚਿੰਤਾਵਾਂ ਨੇ ਕਿ ਸਾਡੀ ਜੀਨਸ ਦੇ ਰਾਹੀਂ ਸਾਡੇ ਬੱਚਿਆਂ 'ਚ ਨਾ ਚਲੀਆਂ ਜਾਣ, ਉਹ ਵੀ ਜਿਹੜੀਆਂ ਨੇ ਉਹ ਡਾਕਟਰ ਅਮਰ ਸਿੰਘ ਆਜ਼ਾਦ ਦਾ ਦਾਵਾ ਹੈਗਾ ਕਿ ਉਹ ਵੀ ਜਿਹੜੀ ਚਿੰਤਾ ਜਿਹੜੀ ਆ ਉਹ ਮੁੱਕ ਜਾਏਗੀ ਤੇ ਸਾਡਾ ਸਮਾਜ ਨਿਰੋਆ ਸਮਾਜ ਬਣ ਜਾਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਜਿਹੜੇ ਲੋਕਾਂ ਦੇ ਅੰਦਰ ਇਹ ਚਿੰਤਾਵਾਂ ਨੇ ਕਿ ਸਾਡੀ ਬਿਮਾਰੀ ਸਾਡੇ ਬੱਚਿਆਂ 'ਚ ਨਾ ਚਲੀ ਜਾਏ ਜਾਂ ਫਿਰ ਸਾਡੇ ਅੰਦਰ ਜਿਹੜੀ ਬਿਮਾਰੀ ਆਈ ਹੈ ਉਹ ਸਾਡੇ ਪੁਰਖਿਆਂ ਤੋਂ ਆਈ ਹੈ, ਉਹ ਸਾਰੀਆਂ ਚਿੰਤਾਵਾਂ ਖਤਮ ਹੋ ਜਾਣ ਤੇ ਉਹਨਾਂ ਨੂੰ ਇੱਕ ਹੱਲ ਨਜ਼ਰ ਆਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।